ਮਲੂਕਾ ਸਾਹਿਬ ਬੜੀ ਅਹਿਮ ਚੀਜ਼ ਹੈ ਕਿ ਦਲਿਤ ਦੇ ਨਾਮ ਤੇ ਹੁਣ ਦਲਿਤ ਜਿਹੜਾ ਇੱਕ ਕੈਡਰ ਹੈਗਾ ਉਹਦੇ ਨਾਮ ਤੇ ਜਾਂ ਦਲਿਤ ਦੇ ਚਿਹਰੇ ਦੇ ਨਾਮ ਤੇ ਬੜੀ ਸਿਆਸਤ ਭਖੀ ਹੋਈ ਹੈ ਪੰਜਾਬ ਦੀ। ਬੀਜੇਪੀ ਸਾਫ਼ ਤੌਰ ਤੇ ਇਸ ਕੈਡਰ ਨੂੰ ਵਰਤ ਕੇ ਕਿਤੇ ਨਾ ਕਿਤੇ ਚਾਹੁੰਦੀ ਹੈ ਕਿ 2022 ਦੇ ਵਿੱਚ ਜੇ ਅਸੀਂ ਸਰਕਾਰ ਨਾ ਬਣਾ ਸਕੀਏ ਪਰ ਕਿੰਗ ਮੇਕਰ ਬਣ ਜਾਈਏ। ਇੱਥੇ ਦੀ ਪੰਜਾਬ ਦੀ ਹਾਲਤ ਬੀਜੇਪੀ ਦੀ ਇਹੀ ਹੈ, ਐਮਐਲਏ 5 ਵੀ ਆ ਜਾਣ ਤਾਂ ਚੰਗੀ ਗੱਲ ਹੋਏਗੀ। ਹਾਲਾਤ ਇਹ ਹੈ ਕਿ 5 ਵੀ ਨਾ ਸ਼ਾਇਦ ਆਉਣ, ਸੁਪਨੇ ਲੈਣੇ ਰਾਜ ਭਾਗ ਦੇ ਛੱਡ ਦੇਣ। ਮੈਂ ਸਵਾਲ ਕਰਦਾ ਬੀਜੇਪੀ ਨੂੰ, ਬੜੀ ਚੰਗੀ ਗੱਲ ਆ ਜੇ ਉਹ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਦਲਿਤਾਂ ਦੀ, ਬੜੀ ਅੱਛੀ ਗੱਲ ਹੋਏਗੀ, ਕੋਈ ਮਾੜੀ ਗੱਲ ਨਹੀਂ। ਫਿਰ ਹਰਿਆਣੇ 'ਚ ਬਣਾ ਦੇਣਾ ਨਾ, ਉਹਨਾਂ ਦਾ ਫੇਲ ਆ ਮੁੱਖ ਮੰਤਰੀ ਉੱਥੇ ਟੋਟਲੀ, ਉੱਥੇ ਕਿਉਂ ਨਹੀਂ ਬਣਾਉਂਦੇਗੇ? ਕਾਂਗਰਸ ਹੋ ਗਏ ਜਾਂ ਤੁਹਾਡੇ ਤੋਂ ਜਿਹੜੇ ਤੋੜ ਵਿਛੋੜੇ ਕਰਕੇ ਜਿਹੜੇ ਟਕਸਾਲੀ ਨਿਕਲੇ ਨੇ, ਹੁਣ ਸੰਯੁਕਤ ਦੇ ਵਿੱਚ ਉਹਨਾਂ ਨੇ ਰੂਪ ਧਾਰਨ ਕਰ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਉਹ ਸਾਫ਼ ਤੌਰ ਤੇ ਕਹਿੰਦੇ ਨੇ ਕਿ 15 ਸੀਟਾਂ ਵੀ ਹਾਸਲ ਕਰ ਜਾਣ ਤਾਂ ਗਣੀਮਤ ਆ ਅਕਾਲੀ ਦਲ ਲਈ। ਸਾਡੇ ਢੀਂਡਸਾ ਸਾਹਿਬ ਹੈ, ਵਰਪੁਰਾ ਸਾਹਿਬ ਹੈ, ਸਾਡੇ ਸਤਿਕਾਰਯੋਗ ਹੈ। ਮੈਂ ਉਹਨਾਂ ਕੋਲ ਵਾਲੇ ਕੋਈ ਬਹੁਤੀ ਗੱਲ ਕਰਦਾ ਚੰਗਾ ਨਹੀਂ ਲੱਗਦਾ, ਕਿਉਂਕਿ ਅਸੀਂ ਇਕੱਠੇ ਰਹੇ ਹਾਂ, ਇਕੱਠਿਆਂ ਨੇ ਲੜਾਈਆਂ ਲੜੀਆਂ। ਕਈ ਵਾਰੀ ਵੱਡੀ ਉਮਰ ਜਦੋਂ ਹੋ ਜਾਂਦੀ ਹੈ ਬੰਦੇ ਦੀ ਮੱਤ ਮਾਰੀ ਜਾਂਦੀ ਹੈ, ਬੰਦਾ ਚੰਗੇ ਭਲੇ ਥਾਂ 'ਤੇ ਇੱਜ਼ਤ ਮਾਣ ਵਾਲੇ ਤੋਂ ਪਾ ਕੇ ਬੈਠਾ ਠੇਬੇ ਖਾਣ ਲਈ ਮਜਬੂਰ ਹੋ ਜਾਂਦਾ। ਸੋ ਹੁਣ ਇਸ ਵੇਲੇ ਠੇਬੇ ਖਾਣ ਲਈ ਮਜਬੂਰ ਹੈ। ਪਰਮਿੰਦਰ ਢੀਂਡਸਾ ਕਹਿੰਦਾ ਕਿ ਮੇਰੇ ਤੋਂ ਅੱਜ ਲਿਖਾ ਲਓ, ਅਕਾਲੀ ਦਲ ਨੇ ਅੱਜ ਨਹੀਂ ਤੇ ਕੱਲ੍ਹ ਨੂੰ ਫਿਰ ਜਾ ਕੇ ਬੀਜੇਪੀ ਦੇ ਪਾਲੇ ਦੇ ਵਿੱਚ ਬੈਠਣਾ ਹੈਗਾ। ਇਹ ਮੈਂ ਸ਼ਰਤ ਨਾਲ ਕਹਿਣਾ ਇਹ ਗੱਲ। ਜੇ ਅਸੀਂ ਬੀਜੇਪੀ ਦੇ ਪਾਲੇ 'ਚ ਬੈਠਣਾ ਹੁੰਦਾ ਫਿਰ ਅਸੀਂ ਨਿਕਲਦੇ ਹੀ ਕਿਉਂ? ਸਾਨੂੰ ਕਿਹੜਾ ਕੋਈ ਮਗਰ ਪਿਆ ਸੀ? ਨਾ ਨਿਕਲਦੇ, ਚੁੱਪ ਕਰ ਜਾਂਦੇ। ਚੱਲ ਗਾਲਾਂ ਚਾਰ ਜਿੱਥੇ ਬੀਜੇਪੀ ਨੂੰ ਮਿਲਦੀਆਂ ਚਾਰ ਸਾਨੂੰ ਵੀ ਮਿਲ ਜਾਂਦੀਆਂ ਨਾਲ, ਇਹੀ ਹੋਣਾ ਸੀ ਨਾ। ਵੈਸੇ ਤੁਹਾਨੂੰ ਲੱਗਦਾ ਕਿ ਗੋਲੀ ਚਲਾਉਣ ਤੱਕ ਦੀ ਨੌਬਤ ਆ ਰਹੀ ਸੀ ਉੱਥੇ, ਜਾਂ ਉੱਥੇ ਅਥਰੂ ਗੈਸ ਦੇ ਗੋਲੇ ਜਾਂ ਡਾਂਗਾ ਦੇ ਨਾਲ ਸਰ ਸਕਦਾ ਸੀਗਾ ਸਾਰਾ ਕੁਝ? ਹੁਣ ਚੱਲਦੀ ਹੈ ਇਨਕੁਆਰੀ, ਇੱਥੇ ਤਾਂ ਮੈਂ ਟੀਵੀ ਤੇ ਕੁਝ ਨਹੀਂ ਕਹਿਣਾ ਕਿਉਂਕਿ ਇਨਕੁਆਰੀ ਚੱਲਦੀ ਹੈ। ਮੈਂ ਕੋਈ ਕਿਹਾ ਤੇ ਗੱਲ ਉਲਟ ਜਾਵੜਦੀ ਹੁੰਦੀ ਹੈ ਇਨਕੁਆਰੀ ਦੇ ਵਿੱਚ। ਕਈ ਵਾਰੀ ਤੁਸੀਂ ਇਕੱਲੇ ਪੁੱਛੋਗੇ ਮੈਂ ਤੁਹਾਨੂੰ ਸਾਰੀ ਦੱਸ ਦੂੰਗਾ, ਮੈਨੂੰ ਭੋਰਾ ਗੱਲ ਦਾ ਪਤਾ। ਸਾਡੇ ਤਾਂ ਸਿਰ ਲਾਉਂਦੇ ਨੇ, ਅਸੀਂ ਤਾਂ ਸੋਚ ਵੀ ਨਹੀਂ ਸਕਦੇ ਬੇਅਦਬੀ ਕਰਨ ਬਾਰੇ। ਇਹਨੇ ਤਾਂ ਆਰਡਰਾਂ ਨਾ ਹੋਇਆ, ਇੰਦਰਾ ਗਾਂਧੀ ਨੇ ਹੁਕਮ ਦਿੱਤਾ, ਲਿਖਤੀ, ਫੌਜਾਂ ਚਾੜੀਆਂ ਨੇ। ਕਦੇ ਦੇਸ਼ ਦੇ ਵਿੱਚ ਫੌਜਾਂ ਚੜ੍ਹਦੀਆਂ ਹੁੰਦੀਆਂ ਦੇਸ਼ ਦੇ ਲੋਕਾਂ ਨੂੰ ਮਾਰਨ ਲਈ? ਸਾਰੀਆਂ ਕਾਲਾਂ ਕਢਾ ਲਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ, ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਇੱਥੇ ਹੈ ਹੀ ਨਹੀਂ ਸੀ। ਬਾਦਲ ਸਾਹਿਬ ਦੀਆਂ ਕਢਾ ਲਓ, ਡੀਜੀਪੀ ਦੀਆਂ ਕਢਾ ਲਓ। ਮੈਂ ਕਹਿੰਦਾ ਜੇ ਕਿਤੇ ਇਹ ਹੁਕਮ ਦਿੱਤਾ ਹੋਵੇ ਗੋਲੀ ਚਲਾ ਦਿਓ, ਮੈਨੂੰ ਗੋਲੀ ਮਾਰ ਦਿਓ ਯਾਰ ਚੌਕ 'ਚ ਖੜਾ ਕੇ। ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਕਿਉਂਕਿ ਦਲਿਤ ਮੰਤਰੀ ਤੇ ਉੱਪਰ ਇਲਜ਼ਾਮ ਲੱਗੇ ਨੇ ਕਿ ਉਹਨੇ ਘੁਟਾਲਾ ਕੀਤਾ ਸਕਾਲਰਸ਼ਿਪ ਨੂੰ ਲੈ ਕੇ। ਬਹੁਤ ਨਹੀਂ, ਦੇਖੋ ਕਿਸੇ ਨੇ ਕਰਪਸ਼ਨ ਕਰਨੀ, ਕਿਸੇ ਨੇ ਕੋਈ ਚੀਜ਼ ਵਜ਼ੀਰੀ ਦਾ ਨਜਾਇਜ਼ ਫਾਇਦਾ ਉਠਾਉਣਾ, ਮੈਂ ਨਹੀਂ ਗਿਣਦਾ। ਉਹ ਚਾਹੇ ਦਲਿਤ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਕੋਈ ਹੋਵੇ, ਜਿਹੜਾ ਵੀ ਕਰਦਾ ਉਹ ਗਲਤ ਹੈ। ਉਹ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਕਿ ਦਲਿਤ ਪੈਸੇ ਖਾ ਜੇ ਕਿਸੇ ਦੇ, ਜਾਂ ਦਲਿਤ ਕੋਈ ਕਰਪਸ਼ਨ ਕਰੇ, ਜਾਂ ਜਿਹੜਾ ਸਿੱਖ ਹੈ ਜਰਨਲ ਵਾਲਾ ਉਹ ਕੋਈ ਕਰਪਸ਼ਨ ਕਰੇ, ਉਹ ਗਲਤ ਕਰੇ, ਜਾਂ ਕੋਈ ਹਿੰਦੂ ਕਰੇ। ਇਹ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਵੀ ਕਰਦਾ। 47 ਤੋਂ ਲੈ ਕੇ 67 ਤਾਈਂ ਲਗਾਤਾਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਜੀ, 20 ਸਾਲ ਇਕੱਠਾ। 67 'ਚ ਪਹਿਲੀ ਵਾਰ ਫਰੰਟ ਗਵਰਨਮੈਂਟ ਬਣੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਅਗਵਾਈ ਥੱਲੇ। ਉਹ 20 ਸਾਲਾਂ 'ਚ ਤੁਸੀਂ ਕੋਈ ਸਹੂਲਤ ਕੱਢ ਲਓ ਦਲਿਤਾਂ ਨੂੰ ਦਿੱਤੀ ਨਹੀਂ ਕਾਂਗਰਸ ਪਾਰਟੀ ਨੇ, ਕੋਈ ਵੀ। ਜਿੰਨੀਆਂ ਸਹੂਲਤਾਂ ਮਿਲ ਗਈਆਂ 67 ਤੋਂ ਬਾਅਦ ਮਿਲੀਆਂ ਨੇ। ਸੋ ਸਾਡੀ ਜਿੰਨੀ ਕੁ ਗੁੰਜਾਇਸ਼ ਸੀ ਜਾਂ ਜਿੰਨੀ ਕੁ ਸਾਡੀ ਕਪੈਸਿਟੀ ਸੀ, ਤੁਸੀਂ ਮੌਕੇ ਵੀ ਵੇਖ ਲਓ ਰੁਜ਼ਗਾਰ ਦੇ। ਜਦੋਂ ਸਾਡੀਆਂ ਸਰਕਾਰਾਂ ਆਈਆਂ ਰੁਜ਼ਗਾਰ ਦੇ ਮੌਕੇ ਵੀ ਲੋਕਾਂ ਨੂੰ ਉਦੋਂ ਜ਼ਿਆਦਾ ਦਿੱਤੇ ਅਸੀਂ। ਸੋ ਅਸੀਂ ਜਿੰਨਾ ਕੁ ਜਿੱਥੇ ਜਿਸ ਖੇਤਰ ਦੇ ਵਿੱਚ ਜੋ ਵੀ ਕਰ ਸਕਦੇ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਸੀ ਸੋਚ ਕਿ ਕੋਈ ਵੀ ਗਰੀਬ ਭੁੱਖਾ ਨਹੀਂ ਪੈਣਾ ਚਾਹੀਦਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਫੇਰਬਦਲ ਹੋਇਆ ਤੇ ਇੱਕ ਵੱਡਾ ਮਾਸਟਰ ਸਟ੍ਰੋਕ ਖੇਡਿਆ ਗਿਆ ਅਕਾਲੀ ਦਲ ਦੇ ਵੱਲੋਂ। ਬੀਐਸਪੀ ਦੇ ਨਾਲ ਗੱਠਜੋੜ ਹੋਇਆ। ਬਹੁਤ ਵੱਡੇ ਪੱਧਰ ਤੇ ਕਿਆਸ ਰਹੀਆਂ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਕਦਮ ਚੁੱਕ ਸਕਦਾ ਤੇ ਉਹ ਕਦਮ ਚੁੱਕ ਲਿਆ ਗਿਆ। ਉਸਦੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਮੀਕਰਨ ਕੀ ਰਹਿਣਗੇ? ਕੀ ਇਸ ਦੇ ਨਾਲ 2022 ਦਾ ਰਸਤਾ ਆਸਾਨ ਹੋ ਜਾਵੇਗਾ? ਇਸ ਮਸਲੇ ਤੇ ਜ਼ਿਆਦਾ ਗੱਲਬਾਤ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੇ, ਸਾਬਕਾ ਮੰਤਰੀ। ਸਰ ਬਹੁਤ ਸਵਾਗਤ ਹੈ ਤੁਹਾਡਾ। ਮੇਰੇ ਵੱਲੋਂ ਜੀ ਭੋਗਲ ਸਾਹਿਬ ਤੇ ਸਾਰਾ ਰੋਜ਼ਾਨਾ ਸਪੋਕਸਮੈਨ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰ ਬੜਾ ਮਾਸਟਰ ਸਟ੍ਰੋਕ ਮੰਨਿਆ ਜਾ ਰਿਹਾ ਕਿ ਇੱਕ ਬਹੁਤ ਵੱਡਾ ਕਦਮ ਚੁੱਕਿਆ ਅਕਾਲੀ ਦਲ ਨੇ। 1996 ਦੇ ਵਿੱਚ ਪਹਿਲਾਂ ਕਿਤੇ ਗੱਠਜੋੜ ਹੋਇਆ ਸੀ ਇਸ ਤਰੀਕੇ ਦਾ, ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਮਯਾਬੀ ਵੀ ਹਾਸਲ ਹੋਈ ਸੀ। ਲੱਗਦਾ ਕਿ ਉਹੀ ਚੀਜ਼ ਹੁਣ ਦੁਬਾਰਾ ਕਿਤੇ ਨਾ ਕਿਤੇ ਰਿਪੀਟ ਹੋਵੇਗੀ? ਦੇਖੋ ਜੋ ਪ੍ਰਸਥਿਤੀਆਂ ਬਣੀਆਂ ਹੋਈਆਂ ਨੇ, ਮੈਂ 96 ਵਾਲੀਆਂ ਵੀ ਵੇਖੀਆਂ ਨੇ ਪ੍ਰਸਥਿਤੀਆਂ, ਉਦੋਂ ਵੀ ਮੈਂ ਪੂਰਾ ਐਕਟਿਵ ਸੀਗਾ ਸਿਆਸਤ ਦੇ ਵਿੱਚ ਜੀ। ਤੇ ਹੁਣ ਵਾਲੀਆਂ ਤਾਂ ਬਹੁਤ ਨੇੜਿਓਂ ਵੇਖਦੇ ਆ ਸਾਰੀਆਂ। ਉਦੋਂ ਵੀ ਬਲਕਿ ਬੈਟਰ ਸਥਿਤੀਆਂ ਸਾਨੂੰ ਲੱਗਦੀਆਂ ਨੇ ਕਿ ਇਸ ਵੇਲੇ ਉਦੋਂ ਵੀ ਸ਼ਾਇਦ ਬੈਟਰ ਨੇ ਜਿਹੜੀਆਂ 96 ਦੇ ਨਾਲ ਵੀ। ਕਾਂਗਰਸ ਪਾਰਟੀ ਦੀ ਜਿਹੜੀ ਹਾਲਤ ਹੈ 96 'ਚ ਇਦੋਂ ਚੰਗੀ ਸੀਗੀ, ਜਿਹੜੀ ਹੁਣ ਇਸ ਵੇਲੇ ਹੈਗੀ ਫੀਲਡ ਥੱਲੇ ਗਰਾਊਂਡ ਲੈਵਲ ਤੇ 96 'ਚ ਇਦੋਂ ਚੰਗੀ ਸੀਗੀ। ਤੇ ਜੇ ਉਸ ਵੇਲੇ ਵੀ ਸਮਝ ਲਓ ਵੀ 11 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਤੇ ਬਸਪਾ ਨੇ ਰਲ ਕੇ ਜਿੱਤੀਆਂ ਸਨ, ਤੇ ਇੱਕ ਕਿਸਮ ਦੀ ਕਲੀਨ ਸਵੀਪ ਹੀ ਸੀ। 2 ਸੀਟਾਂ ਸੀ, ਥੋੜੇ ਵੋਟਾਂ ਤੇ ਹਾਰੇ ਸੀਗੇ।
ਹੁਣ ਵੀ ਜਿਹੜੀਆਂ ਸਥਿਤੀਆਂ ਉਹੀ ਨੇ, ਕਿਉਂਕਿ ਕਾਫੀ ਲੰਮੇ ਸਮੇਂ ਬਾਅਦ ਪਹਿਲਾਂ ਸਾਡਾ ਭਾਰਤੀ ਜਨਤਾ ਪਾਰਟੀ ਨੇ ਬੜਾ ਲੰਮਾ ਸਮਾਂ ਚੱਲਿਆ, ਉਹ ਟੁੱਟਣ ਤੋਂ ਬਾਅਦ ਅਕਾਲੀ ਦਲ ਮਹਿਸੂਸ ਕਰਦਾ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਵੀ ਸਾਡਾ ਰਲ ਮਿਲ ਕੇ, ਜਿਵੇਂ ਅਸੀਂ ਬਹੁਜਨ ਸਮਾਜ ਪਾਰਟੀ ਨਾਲ ਵੀ ਸਮਝੌਤਾ ਕਰਦੇ ਰਹੇ, ਕਮਿਊਨਿਸਟ ਪਾਰਟੀਆਂ ਨਾਲ ਵੀ ਦੋਨਾਂ ਨਾਲ ਕਰਦੇ ਰਹੇ ਹਾਂ ਅਸੀਂ, 67 ਤੋਂ ਲੈ ਕੇ 80 ਤਾਈਂ ਸਾਡਾ ਕਮਿਊਨਿਸਟਾਂ ਨਾਲ ਵੀ ਚੱਲਦਾ ਰਿਹਾ, ਗੱਠਜੋੜ ਚੱਲਦਾ। ਹਾਂ, ਸੋ ਹੁਣ ਵੀ ਸਾਰੇ ਵਰਕਰਾਂ ਦੀ ਰਾਏ ਸੀਗੀ ਕਿ ਜੋ ਪੰਜਾਬ ਦੇ ਹਾਲਾਤ ਨੇ ਜਾਂ ਜੋ ਅਕਾਲੀ ਦਲ ਨੂੰ ਸਰਕਾਰ ਬਦਨਾਮ ਕਰਨਾ ਚਾਹੁੰਦੀ ਹੈ, ਚਾਹੇ ਬੇਅਦਬੀ ਦਾ ਮਾਮਲਾ, ਚਾਹੇ ਕੋਈ ਹੋਰ ਨੇ, ਵੀ ਹੁਣ ਤਕੜੇ ਹੋ ਕੇ ਆਪਾਂ ਨੂੰ ਸਾਰਿਆਂ ਨੂੰ, ਜਿੱਥੇ ਆਪਾਂ ਆਪ ਤਕੜੇ ਹੋ ਕੇ ਲੜਾਈ ਲੜਨੀ, ਉੱਥੇ ਨਾਲ ਦੀ ਨਾਲ ਜਿਹੜੀਆਂ ਛੋਟੀਆਂ ਪਾਰਟੀਆਂ ਨੇ, ਜਿਹੜਾ ਦਾ ਵੋਟ ਬੈਂਕ ਹੈਗਾ ਪਰ ਕੱਲਿਆਂ ਦੇ ਜਿੱਤਣ ਜੋਗਾ ਨਹੀਂ ਹੈਗਾ, ਵੋਟ ਬੈਂਕ ਹੈਗਾ ਸਾਰਾ ਉਹਨਾਂ ਦਾ, ਪਰ ਕੱਲੇ ਨਹੀਂ ਸੀ ਉਹ ਅਸੈਂਬਲੀ ਤਾਈਂ ਪਹੁੰਚ ਸਕਦੇ, ਵੀ ਉਹਨਾਂ ਨੂੰ ਨਾਲ ਲੈ ਕੇ ਇਸ ਚੀਜ਼ ਨੂੰ ਮਜ਼ਬੂਤ ਕੀਤਾ ਜਾਵੇ, ਜਿਹੜਾ ਗੱਠਜੋੜਾ ਉਹਨੂੰ ਹੋਰ। ਸੋ ਉਸੇ ਕੜੀ ਦੇ ਵਿੱਚ ਹੀ ਸਾਰੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ, ਪਾਰਟੀ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਰਿਆਂ ਨਾਲ ਰਾਏ ਲਈ। ਰਾਏ ਕਰਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਉਗੜ ਕੇ ਕਿ ਆਪਾਂ ਨੂੰ ਬਹੁਜਨ ਸਮਾਜ ਪਾਰਟੀ ਨਾਲ ਵੀ ਸਮਝੌਤਾ ਕਰਨਾ ਚਾਹੀਦਾ, ਤੇ ਆਪਾਂ ਨੂੰ ਕਮਿਊਨਿਸਟ ਪਾਰਟੀਆਂ ਵੀ ਦੋਨੇ ਆ ਜਿਹੜੀਆਂ CPI CPM, ਇਹਨਾਂ ਨਾਲ ਵੀ ਆਪਾਂ ਨੂੰ ਗੱਠਜੋੜ ਕਰਨਾ ਚਾਹੀਦਾ ਹੈ। ਤੇ ਇਸ ਕੜੀ ਦੇ ਵਿੱਚ ਫਿਰ ਸਾਰਿਆਂ ਦੀ ਰਾਏ ਆ ਗਈ ਸੀ ਕਿ ਸਾਰਿਆਂ ਦੀ ਰਾਏ ਇੱਕ ਸੀ ਕਿ ਠੀਕ ਹੈ, ਆਪਾਂ ਨੂੰ ਕਰਨਾ ਚਾਹੀਦਾ, ਕੋਈ ਫਰਕ ਨਹੀਂ ਪੈਂਦਾ, ਸੀਟਾਂ 2 ਘੱਟ ਲੜ ਲਾਂਗੇ, ਵੱਧ ਲੜ ਲਾਂਗੇ, ਅੱਗੇ BJP ਨੂੰ ਵੀ ਆਪਾਂ 23 ਸੀਟਾਂ ਦਿੱਤੀਆਂ ਸੀਗੀਆਂ, ਵੀ ਇਹ ਕਰ ਲੈਣਾ ਚਾਹੀਦਾ ਗੱਠਜੋੜੇ, ਆਪਾਂ ਨੂੰ ਠੀਕ ਰਹੇਗਾ, ਕੋਈ ਨੁਕਸਾਨਦੇਹ ਨਹੀਂ, ਫਾਇਦਾ ਹੀ ਹੋਏਗਾ ਇਹਦਾ, ਸੋ ਇਹ ਕਰਨਾ ਚਾਹੀਦਾ। ਸੋ ਉਸੇ ਕੜੀ ਦੇ ਵਿੱਚ ਹੀ ਫਿਰ ਪ੍ਰਧਾਨ ਜੀ ਨੂੰ ਸਾਰੇ ਇਖਤਿਆਰ ਦਿੱਤੇ ਸੀਗੇ, ਪ੍ਰਧਾਨ ਜੀ ਨੇ ਫਿਰ ਮਿਲ ਮਿਲਾ ਕੇ ਸਾਰਾ ਦਿੱਲੀ ਭੈਣ ਮਾਇਆਵਤੀ ਜੀ ਨਾਲ ਰਲ ਕੇ ਸਾਰੀ ਗੱਲ ਇਹ ਸਿਰੇ ਚੜ੍ਹ ਗਈ। ਮਲੂਕਾ ਸਾਹਿਬ, ਬੜੀ ਅਹਿਮ ਚੀਜ਼ ਹੈ ਕਿ ਦਲਿਤ ਦੇ ਨਾਮ ਤੇ, ਹੁਣ ਦਲਿਤ ਜਿਹੜਾ ਇੱਕ ਕੈਡਰ ਹੈਗਾ ਉਹਦੇ ਨਾਮ ਤੇ ਜਾਂ ਦਲਿਤ ਦੇ ਚਿਹਰੇ ਦੇ ਨਾਮ ਤੇ ਬੜੀ ਸਿਆਸਤ ਭਖੀ ਹੋਈ ਹੈ ਪੰਜਾਬ ਦੀ। BJP ਸਾਫ਼ ਤੌਰ ਤੇ ਇਸ ਕੈਡਰ ਨੂੰ ਵਰਤ ਕੇ ਕਿਤੇ ਨਾ ਕਿਤੇ ਚਾਹੁੰਦੀ ਹੈ ਕਿ 2022 ਦੇ ਵਿੱਚ ਜੇ ਅਸੀਂ ਸਰਕਾਰ ਨਾ ਬਣਾ ਸਕੀਏ ਪਰ ਕਿੰਗ ਮੇਕਰ ਬਣ ਜਾਈਏ। ਲੱਗਦਾ ਕਿ ਜਿਹੜਾ ਦਲਿਤ ਪੱਤਾ ਖੇਡਣ ਦੀ ਕੋਸ਼ਿਸ਼ ਹੋ ਰਹੀ ਹੈ BJP ਦੇ ਵੱਲੋਂ ਵੀ, ਕਿਤੇ ਨਾ ਕਿਤੇ ਕਾਂਗਰਸ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਕਿ ਦਲਿਤਾਂ ਨੂੰ ਆਪਣੇ ਹੱਕ ਦੇ ਵਿੱਚ ਕੀਤਾ ਜਾਵੇ, ਤੁਸੀਂ ਵੀ ਉਸੇ ਕੜੀ ਦੇ ਵਿੱਚ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹੋ ਕਿ ਇੱਕ ਦਲਿਤ ਕੈਡਰ ਜਿਹਨੂੰ ਹਮੇਸ਼ਾ ਇਗਨੋਰ ਕਰ ਦਿੱਤਾ ਜਾਂਦਾ ਹੈ, ਕਰੀਬਨ 30 ਤੋਂ 33% ਦੀ ਵੋਟ ਸ਼ੇਅਰ ਰੱਖਦੇ ਨੇ ਉਹ, ਤਾਂ ਉਸ ਪੱਤੇ ਨੂੰ ਖੇਡ ਕੇ ਲੋਕਾਂ ਨੂੰ ਆਪਣੇ ਵੱਲਾਂ ਕੀਤਾ ਜਾਵੇ। ਦਲਿਤ ਚਿਹਰੇ ਦੇ ਉੱਪਰ ਦਲਿਤ ਮੁੱਖ ਮੰਤਰੀ ਬਣਾਉਣ ਦੀਆਂ ਵੀ ਚਰਚਾਵਾਂ ਨੇ, ਉਪ ਮੁੱਖ ਮੰਤਰੀ ਬਣਾਉਣ ਦੀਆਂ ਵੀ ਚਰਚਾਵਾਂ ਨੇ। ਅਕਾਲੀ ਦਲ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦਾ, ਕਿਉਂਕਿ ਗੁਰੂਆਂ ਦੀ ਧਰਤੀ ਹੈ, ਅਸੀਂ ਉਹਨਾਂ ਗੁਰੂਆਂ ਦੀ ਸੰਤਾਨ ਹੈ ਜਿਨ੍ਹਾਂ ਨੇ ਜਾਤ ਪਾਤ ਨੂੰ ਖਤਮ ਕੀਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਾਤ ਪਾਤ ਨੂੰ ਕੋਈ ਸਿੱਖੀ ਦੇ ਵਿੱਚ ਥਾਂ ਨਹੀਂ ਹੈਗੀ, ਅਸੀਂ ਉਹਦੇ 'ਚ ਵਿਸ਼ਵਾਸ ਨਹੀਂ ਰੱਖਦੇ। ਪਰ ਕਿਉਂਕਿ ਜਿਹੜੇ ਲੋਕ ਥੱਲੇ ਗਰੀਬੀ ਦੀ ਹਾਲਤ 'ਚ ਨੇ, ਉਹਦੇ 'ਚ ਦਲਿਤ ਜ਼ਿਆਦਾ ਨੇ, ਹੋਰ ਲੋਕ ਵੀ, ਕਿਸਾਨ ਵੀ ਹੈਗੇ ਨੇ, ਛੋਟੇ ਦੁਕਾਨਦਾਰ ਵੀ ਹੈਗੇ ਨੇ, ਪਰ ਗਰੀਬ ਜ਼ਿਆਦਾ ਨੇ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇ ਦਲਿਤਾਂ ਦੇ ਨਾਂ ਤੇ ਆਪਾਂ ਕਹੀਏ 34% ਵੋਟ ਇਸ ਵੇਲੇ ਪੰਜਾਬ ਦੇ ਵਿੱਚ ਇਹਨਾਂ ਦੀ ਹੈਗੀ ਹੈ, ਸਾਰੇ ਹਿੰਦੁਸਤਾਨ ਨਾਲੋਂ ਜ਼ਿਆਦਾ ਵੋਟ ਬੈਂਕ ਉਹ ਪੰਜਾਬ ਦੇ ਵਿੱਚ ਹੈ। ਅਸੀਂ ਕੋਈ ਇਹੋ ਜਿਹੀ ਚੀਜ਼ ਨਹੀਂ ਕਹਿਣੀ। ਸਾਡੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਲੰਧਰ ਗਏ ਸੀਗੇ ਬਾਬਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਉੱਤੇ, ਉਹਨਾਂ ਨੇ ਬੁਲਾਇਆ ਸੀ ਉੱਥੇ ਉਹਨਾਂ ਨੇ ਮੰਗ ਰੱਖੀ ਸੀ ਵੀ ਚੰਗਾ ਹੋਵੇ ਜੇ ਆਪਾਂ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਵੀ ਡਿਪਟੀ CM ਹੋਵੇ ਪੰਜਾਬ ਦੇ ਵਿੱਚ, ਅਸੀਂ ਵੀ ਮਾਣ ਮਹਿਸੂਸ ਕਰੀਏ। ਤੇ ਇਹ ਗੱਲ ਜ਼ਰੂਰ ਹੈ, ਜਦੋਂ ਆਪਾਂ ਸਾਰੇ ਇਕੱਠੇ ਆ, ਅਸੀਂ ਮੰਨਦੇ ਹਾਂ ਕਿ ਸਾਰੇ ਸਤਿਕਾਰਯੋਗ ਨੇ, ਸਾਡੇ ਹਰ ਬੰਦੇ ਨੂੰ ਬਰਾਬਰ ਦੇ ਹੱਕ ਨੇ, ਸਾਡੇ ਗੁਰੂਆਂ ਨੇ ਬਹੁਤ ਸਤਿਕਾਰ ਦਿੱਤਾ, ਰੰਗਰੇਟੇ ਗੁਰੂ ਦੇ ਬੇਟੇ, ਤੇ ਅਸੀਂ ਵੀ ਚਾਹੁੰਦੇ ਹਾਂ ਵੀ ਕੋਈ ਇਹ ਐਡੀ ਕੋਈ ਵੱਡੀ ਗੱਲ ਨਹੀਂ ਉਹਨਾਂ ਦਾ, ਜੇ ਇਹਦੇ ਨਾਲ ਮਾਣ ਸਿਰ ਉੱਚਾ ਹੁੰਦਾ ਜਾਂ ਮਾਣ ਮਹਿਸੂਸ ਹੁੰਦਾ ਤੇ ਕੋਈ ਵੱਡੀ ਗੱਲ ਨਹੀਂ। ਪਾਰਟੀ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉੱਥੇ ਅਨਾਉਂਸ ਕਰਤਾ ਸੀ ਕਿ ਆਉਣ ਵਾਲੀ ਸਰਕਾਰ ਦੇ ਵਿੱਚ ਜਿਹੜਾ ਡਿਪਟੀ CM ਉਹ ਦਲਿਤਾਂ ਦੇ ਵਿੱਚੋਂ ਹੋਵੇਗਾ। ਮਲੂਕਾ ਸਾਹਿਬ, ਬੜੀ ਅਹਿਮ ਚੀਜ਼ ਆ ਕਿ ਦਲਿਤਾਂ ਦੇ ਮਸਲੇ ਨੂੰ ਲੈ ਕੇ ਹਮੇਸ਼ਾ ਸਿਆਸੀ ਪਾਰਟੀ ਕਹਿੰਦੀਆਂ ਨੇ ਜਦੋਂ ਅਸੀਂ ਸੱਤਾ ਦੇ ਵਿੱਚ ਹਾਂ ਤਾਂ ਅਸੀਂ ਲੋਕਾਂ ਦੀ ਆਵਾਜ਼ ਸੁਣਾਂਗੇ, ਉਹਨਾਂ ਦੇ ਮਸਲੇ ਹੱਲ ਕਰਾਂਗੇ। ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਕਿਉਂਕਿ ਦਲਿਤ ਮੰਤਰੀ ਤੇ ਉੱਪਰ ਇਲਜ਼ਾਮ ਲੱਗੇ ਨੇ ਕਿ ਉਹਨੇ ਘੁਟਾਲਾ ਕੀਤਾ ਸਕਾਲਰਸ਼ਿਪ ਨੂੰ ਲੈ ਕੇ। ਬਹੁਤ ਕਿਉਂਕਿ ਸੰਜੀਦਾ ਚੀਜ਼ ਹੈਗੀ ਹੈ, ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਨਾ, ਜਾਣੀ ਕਿ ਪੰਜਾਬ ਦੇ ਭਵਿੱਖ ਦੇ ਨਾਲ ਖਿਲਵਾੜ ਕਰਨਾ। ਲੱਗਦਾ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਹਾਲਾਤ ਬਦਲ ਜਾਂਦੇ ਨੇ? ਨਹੀਂ, ਵੇਖੋ, ਕਿਸੇ ਨੇ ਕਰਪਸ਼ਨ ਕਰਨੀ, ਕਿਸੇ ਨੇ ਕੋਈ ਚੀਜ਼ ਵਜ਼ੀਰੀ ਦਾ ਨਜਾਇਜ਼ ਫਾਇਦਾ ਉਠਾਉਣਾ, ਮੈਂ ਨਹੀਂ ਗਿਣਦਾ ਉਹ ਚਾਹੇ ਦਲਿਤ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਕੋਈ ਹੋਵੇ, ਜਿਹੜਾ ਵੀ ਕਰਦਾ ਉਹ ਗਲਤ ਹੈ। ਉਹ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਕਿ ਦਲਿਤ ਪੈਸੇ ਖਾ ਜੇ ਕਿਸੇ ਦੇ, ਜਾਂ ਦਲਿਤ ਕੋਈ ਕਰਪਸ਼ਨ ਕਰੇ, ਜਾਂ ਜਿਹੜਾ ਸਿੱਖ ਹੈ ਜਰਨਲ ਵਾਲਾ ਉਹ ਕੋਈ ਕਰਪਸ਼ਨ ਕਰੇ, ਉਹ ਗਲਤ ਕਰੇ, ਜਾਂ ਕੋਈ ਹਿੰਦੂ ਕਰੇ। ਇਹ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਵੀ ਕਰਦਾ। ਇਹ ਸੰਵਿਧਾਨ ਸਾਡਾ ਆਗਿਆ ਹੀ ਨਹੀਂ ਦਿੰਦਾ ਇਸ ਗੱਲ ਦੇ। ਸੰਵਿਧਾਨ ਤਾਂ ਸਾਡਾ ਜਾਤ ਵਿਸ਼ਵਾਸ ਹੀ ਨਹੀਂ ਰੱਖਦਾ ਜਾਤ ਪਾਤ 'ਚ, ਨਾ ਸਾਡੇ ਗੁਰੂਆਂ ਨੇ ਰੱਖੀ ਹੈ। ਵੇਖਣ ਵਾਲੀ ਗੱਲ ਹੁੰਦੀ ਹੈ ਕਿ ਜਿਹੜੀ ਗਰੀਬ ਭਾਈਚਾਰੇ ਨੂੰ ਅਸੀਂ ਉੱਚ ਬਰਾਬਰ ਕਿਵੇਂ ਲੈ ਕੇ ਆਉਣਾ, ਉਹਨਾਂ ਨੂੰ ਸਹੂਲਤਾਂ ਕਿਵੇਂ ਦੇਣੀਆਂ ਨੇ। ਜੇ ਤੁਸੀਂ ਸਾਰਾ 1925 ਤੇ ਚਲੇ ਜਾਓ, ਪਿੱਛੇ ਤੇ ਚਲੇ ਜਾਓ ਥੋੜਾ ਜਿਹਾ, 1925 ਚ ਅੰਗਰੇਜ਼ਾਂ ਦਾ ਰਾਜ ਸੀ, ਇੱਥੇ ਆਪਣਾ ਰਾਜ ਨਹੀਂ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਲੜ ਕੇ ਹੋਂਦ ਚ ਲਿਆਂਦੀ ਸੀ, ਆਪਾਂ ਮਹੰਤਾਂ ਨੂੰ ਕੱਢਿਆ ਸੀ ਗੁਰਦੁਆਰਿਆਂ ਦੇ ਵਿੱਚੋਂ। ਉਸ ਵੇਲੇ ਪਹਿਲੀ ਵਾਰ ਰਿਜ਼ਰਵੇਸ਼ਨ ਦਿੱਤੀ ਸੀ ਗਰੀਬ ਲੋਕਾਂ ਨੂੰ, ਦਲਿਤ ਭਾਈਚਾਰੇ ਨੂੰ। ਉਦੋਂ ਪਹਿਲਾਂ ਅੰਗਰੇਜ਼ ਦੇ ਰਾਜ 'ਚ ਰਿਜ਼ਰਵੇਸ਼ਨ ਕਿਤੇ ਹੁੰਦੀ ਨਹੀਂ ਸੀ, ਅੰਗਰੇਜ਼ ਦਿੰਦੇ ਨਹੀਂ ਸੀ ਰਿਜ਼ਰਵੇਸ਼ਨ, ਕਿਉਂਕਿ ਰਾਜ ਵੀ ਉਹਨਾਂ ਦਾ ਸੀ, ਅਫਸਰ ਵੀ ਉਹਨਾਂ ਦੇ ਹੁੰਦੇ ਸੀ।
25 ਚ ਪਹਿਲਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੇ ਰਿਜ਼ਰਵੇਸ਼ਨ ਦਿੱਤੀ ਨੌਕਰੀਆਂ ਦੇ ਵਿੱਚ। ਸ਼੍ਰੋਮਣੀ ਕਮੇਟੀ ਦੇ ਵਿੱਚ ਸ਼ੁਰੂਆਤ ਆਪਾਂ ਕੀਤੀ ਹਿੰਦੁਸਤਾਨ ਦੇ ਵਿੱਚ ਦਲਿਤਾਂ ਨੂੰ ਰਿਜ਼ਰਵੇਸ਼ਨ ਦੇਣ ਦੀ ਕਿ ਇਹਨਾਂ ਨੂੰ ਬਰਾਬਰ ਲੈ ਗਏ, ਇਹ ਜੇ ਉਹ ਨਹੀਂ ਜਿੱਤ ਕੇ ਆਉਂਦੇ ਤਾਂ ਆਪਾਂ ਇਹਨੂੰ ਰਿਜ਼ਰਵੇਸ਼ਨ ਦੇਈਏ, ਉਹ ਲਿਆਂਦੀ। ਫਿਰ 1947 ਚ ਆਜ਼ਾਦੀ ਮਿਲ ਗਈ ਸਾਨੂੰ। ਆਜ਼ਾਦੀ ਮਿਲੀ ਤੋਂ ਬਾਅਦ ਚਾਹੀਦਾ ਤੇ ਇਹ ਸੀ ਕਿ ਸਾਰੇ ਦਲਿਤਾਂ ਨੂੰ ਉਹ ਸਹੂਲਤ ਦੇ ਦਿੱਤੀ ਜਾਂਦੀ। ਹਿੰਦੁਸਤਾਨ ਦੇ ਵਿੱਚ ਤਾਂ ਉਹ ਸਹੂਲਤ ਦੇਤੀ ਦਲਿਤਾਂ ਨੂੰ। ਤੁਸੀਂ ਹੈਰਾਨ ਹੋਵੋਗੇ ਪੰਜਾਬ ਦੇ ਵਿੱਚ ਨਹੀਂ ਸੀ ਦਿੱਤੀ ਦਲਿਤਾਂ ਨੂੰ ਸਹੂਲਤ। 1947 ਚ ਕਾਂਗਰਸ ਪਾਰਟੀ ਨੇ, ਇਹਨਾਂ ਦਾ ਰਾਜ ਸੀਗਾ ਉਸ ਵੇਲੇ, ਪੰਜਾਬ 'ਚ ਵੀ ਰਾਜ ਇਹਨਾਂ ਦਾ ਸੀ ਤੇ ਦਿੱਲੀ ਵੀ ਇਹਨਾਂ ਦਾ ਸੀ, ਉਹਨਾਂ ਨੇ ਪੰਜਾਬ ਦੇ ਦਲਿਤਾਂ ਨੂੰ ਸਹੂਲਤ ਨਹੀਂ ਸੀ ਦਿੱਤੀ, ਇਗਨੋਰ ਕਰਤਾ ਸੀ ਕਿ ਨਹੀਂ ਸਿੱਖੀ ਜਾਤ ਪਾਤ ਹੈ ਨਹੀਂ, ਅਸੀਂ ਨਹੀਂ ਦਿੰਦੇ ਸਹੂਲਤ। ਫਿਰ ਸਾਨੂੰ 2 ਸਾਲ ਐਜੀਟੇਸ਼ਨ ਕਰਨੀ ਪਈ ਸੀ ਅਕਾਲੀ ਦਲ ਨੂੰ ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਥੱਲੇ। ਫਿਰ ਉਹਨਾਂ ਨੇ 2 ਸਾਲਾਂ ਬਾਅਦ 1949 ਚ ਦਲਿਤਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਹੱਕ ਮਿਲੇ ਸੀਗੇ। 47 ਤੋਂ ਲੈ ਕੇ 67 ਤਾਈਂ ਲਗਾਤਾਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਜੀ, 20 ਸਾਲ ਇਕੱਠਾ। 67 ਚ ਪਹਿਲੀ ਵਾਰ ਫਰੰਟ ਗਵਰਨਮੈਂਟ ਬਣੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਅਗਵਾਈ ਥੱਲੇ। ਉਹ 20 ਸਾਲਾਂ 'ਚ ਤੁਸੀਂ ਕੋਈ ਸਹੂਲਤ ਕੱਢ ਲਓ ਦਲਿਤਾਂ ਨੂੰ ਦਿੱਤੀ ਨਹੀਂ ਕਾਂਗਰਸ ਪਾਰਟੀ ਨੇ, ਕੋਈ ਵੀ। ਜਿੰਨੀਆਂ ਸਹੂਲਤਾਂ ਮਿਲ ਗਈਆਂ 67 ਤੋਂ ਬਾਅਦ ਮਿਲ ਗਈਆਂ ਨੇ। ਚਾਹੇ ਇਹਨਾਂ ਨੂੰ ਅਸੀਂ ਧਰਮਸ਼ਾਲਾ ਦੇ ਪੈਸੇ ਦੇਣ ਲੱਗੇ ਗਰੀਬਾਂ ਨੂੰ, ਉਦੋਂ ਧਰਮਸ਼ਾਲਾ ਬਣਾਉਣ ਲੱਗੇ ਇਹਨਾਂ ਦੀਆਂ, ਚਾਹੇ ਪੈਨਸ਼ਨਾਂ ਸ਼ੁਰੂ ਹੋਈਆਂ, ਫਿਰ ਲੈ ਕੇ ਹਰੇਕ ਸਰਕਾਰ ਦੇ ਵਿੱਚ ਕਿਸੇ 'ਚ ਆਟਾ ਦਾਲ, ਕਿਸੇ 'ਚ 200 ਯੂਨਿਟ ਬਿਜਲੀ ਮਾਫ, ਕਿਸੇ ਸਗਨ ਸਕੀਮ, ਕਿਸੇ 'ਚ ਵਜੀਫਾ, ਕਿਸੇ 'ਚ ਪਲਾਟ, ਜਿੰਨੀਆਂ ਸਕੀਮਾਂ ਉਹ ਸਾਰੀਆਂ ਅਕਾਲੀ ਦਲ ਦੀ ਸਰਕਾਰ ਵੇਲੇ ਮਿਲ ਗਈਆਂ ਗਰੀਬ ਲੋਕਾਂ ਨੂੰ, ਦਲਿਤ ਭਰਾਵਾਂ ਨੂੰ। ਕਾਂਗਰਸ ਨੇ ਕਦੇ ਨਹੀਂ ਲਿਆਂਦੀਆਂ ਉਹਨਾਂ ਦੇ ਵਿੱਚ। ਵੋਟਾਂ ਜ਼ਰੂਰ ਲਈਆਂ, ਇਹਨਾਂ ਦਾ ਨਾਂ ਜ਼ਰੂਰ ਵਰਤਿਆ, ਵੋਟਾਂ ਜ਼ਿਆਦਾ ਕਾਂਗਰਸ ਨੂੰ ਪਈਆਂ ਪਹਿਲੇ ਟਾਈਮ ਵਿੱਚ। ਹੁਣ ਤਾਂ ਸਮਝ ਗਏ ਪੜ੍ਹੇ ਲਿਖੇ ਮੁੰਡੇ ਆ ਗਏ ਆ, ਪਹਿਲਾਂ ਨਹੀਂ ਸੀਗਾ, ਪਹਿਲਾਂ ਜ਼ਿਆਦਾ ਫਾਇਦਾ ਉਠਾਉਂਦੇ ਰਹੇ। ਜਿੰਨੀਆਂ ਸਹੂਲਤਾਂ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ। ਪਰ ਇਹਨਾਂ ਸਹੂਲਤਾਂ ਨੂੰ ਲੈ ਕੇ ਵੀ ਸਵਾਲ ਉੱਠਦੇ ਰਹੇ ਨੇ ਕਿ ਕਹਿੰਦੇ ਕਿ ਲੋਕਾਂ ਨੂੰ ਰੁਜ਼ਗਾਰ ਚਾਹੀਦਾ ਸੀਗਾ, ਪਰ ਲੋਕਾਂ ਨੂੰ ਕਿਤੇ ਨਾ ਕਿਤੇ ਮੁਫਤ ਦੀਆਂ ਚੀਜ਼ਾਂ ਦੇ ਮੁਹਤਾਜ ਬਣਾ ਦਿੱਤਾ ਗਿਆ। ਅੱਜ ਵੀ ਇਹੀ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਨੇ ਕਿ ਇਹ ਫ੍ਰੀ ਦੀਆਂ ਚੀਜ਼ਾਂ ਦੇ ਨਾਲੋਂ ਲੋਕਾਂ ਦੇ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਂਦੇ ਜਾਂ ਲੋਕਾਂ ਨੂੰ ਉੱਦਾਂ ਦੀਆਂ ਸਹੂਲਤਾਂ ਮਿਲਦੀਆਂ, ਲੋਕ ਪੰਜਾਬ ਛੱਡ ਕੇ ਜਾਣ ਦੇ ਲਈ ਮਜਬੂਰ ਨਾ ਹੁੰਦੇ। ਤਾਂ ਤੁਸੀਂ ਵੀ ਸਿੱਖਿਆ ਮੰਤਰੀ ਰਹੇ ਹੋ, ਕਿਉਂਕਿ ਬਹੁਤ ਅਹਿਮ ਚੀਜ਼ ਹੈ ਇਹ। ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਲੋਕਾਂ ਨੂੰ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਚਾਹੀਦਾ, ਤੇ ਫਿਰ ਖਾਸ ਕਰਕੇ ਪੰਜਾਬ ਵਰਗੀ ਧਰਤੀ ਤੇ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੋਵੇ ਉੱਥੇ ਤਾਂ ਬਿਲਕੁਲ ਹੀ ਨਹੀਂ ਚਾਹੀਦਾ। ਆਪਣੀ ਤਾਂ ਕੌਮ ਵੈਸੇ ਹੀ ਬਹਾਦਰ ਹੈ, ਮੰਗਣਾ ਸ਼ਰਮ ਮਹਿਸੂਸ ਕਰਦੀ ਹੈ। ਕਹਾਵਤ ਵੀ ਹੈ ਵੀ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ। ਮੰਗਣ ਨੂੰ ਚੰਗਾ ਨਹੀਂ ਗਿਣਿਆ ਜਾਂਦਾ। ਜਿਹੜੀ ਕੋਈ ਰੈਤਾਂ ਦਿੰਦੀ ਹੈ ਸਰਕਾਰ, ਉਹ ਵੀ ਮੈਂ ਸਮਝਦਾ ਤੁਹਾਡੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਉਹ ਠੀਕ ਹੈ, ਮੈਂ ਉਹਦੇ ਤੇ ਕੋਈ ਦੋ ਰਿਆ ਨਹੀਂ ਕਰਦਾ। ਪਰ ਜਿੰਨਾ ਚਿਰ ਅਸੀਂ ਲੋਕਾਂ ਨੂੰ ਪੈਰਾਂ ਤੇ ਖੜੇ ਕਰ ਨਹੀਂ ਸਕਦੇ, ਜਿੰਨਾ ਚਿਰ ਅਸੀਂ ਜਿਹੜੀ ਗੱਲ ਤੁਸੀਂ ਕਹਿੰਦੇ, ਮੈਂ ਇਸ ਹੱਕ 'ਚ ਹਾਂ ਕਿ ਰੁਜ਼ਗਾਰ ਦੇਣਾ ਚਾਹੀਦਾ ਲੋਕਾਂ ਨੂੰ। ਕੋਈ ਬੰਦਾ ਆਪਦਾ ਕਮਾਵੇ ਤੇ ਖਾਵੇ, ਕਿਸੇ ਦੇ ਮੂੰਹ ਕਿੰਨੀ ਕਿਉਂ ਚੱਕ ਕੇ, ਕਿਸੇ ਕਿੰਨੀ। ਹਰ ਬੰਦੇ ਨੂੰ ਕੰਮ ਮਿਲਣਾ ਚਾਹੀਦਾ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਹੈ। ਪਰ ਬਦਕਿਸਮਤੀ ਹੈ ਕਿਉਂਕਿ ਅਸੀਂ ਤਾਂ ਇੱਕ ਸਟੇਟ ਦੀ ਛੋਟੀ ਜਿਹੀ ਪਾਰਟੀ ਹਾਂ, ਸਾਡੇ ਇੰਨਾ ਹੱਥ ਵੱਸ ਨਹੀਂ ਹੈਗਾ। ਪਾਵਰਾਂ ਜ਼ਿਆਦਾ ਸੈਂਟਰ ਕੋਲੇ ਨੇ, ਸਟੇਟਾਂ ਕੋਲੇ ਪਾਵਰਾਂ ਬੜੀਆਂ ਘੱਟ ਨੇ। ਸੋ ਸਾਡੀ ਜਿੰਨੀ ਕੁ ਗੁੰਜਾਇਸ਼ ਸੀ ਜਾਂ ਜਿੰਨੀ ਕੁ ਸਾਡੀ ਕਪੈਸਿਟੀ ਸੀ, ਅਸੀਂ ਤੁਸੀਂ ਮੌਕੇ ਵੀ ਵੇਖ ਲਓ ਰੁਜ਼ਗਾਰ ਦੇ, ਜਦੋਂ ਸਾਡੀਆਂ ਸਰਕਾਰਾਂ ਆਈਆਂ ਰੁਜ਼ਗਾਰ ਦੇ ਮੌਕੇ ਵੀ ਲੋਕਾਂ ਨੂੰ ਉਹਦੀ ਜ਼ਿਆਦਾ ਦਿੱਤੇ ਅਸੀਂ। ਸੋ ਅਸੀਂ ਜਿੰਨਾ ਕਿ ਜਿੱਥੇ ਜਿੱਥੇ ਜਿਸ ਖੇਤਰ ਦੇ ਵਿੱਚ ਜੋ ਵੀ ਕਰ ਸਕਦੇ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਸੀ ਸੋਚ ਕਿ ਕੋਈ ਵੀ ਗਰੀਬ ਭੁੱਖਾ ਨਹੀਂ ਪੈਣਾ ਚਾਹੀਦਾ। ਰੋਟੀ ਖਾ ਕੇ, ਰੋਟੀ ਤਾਂ ਘੱਟੋ ਘੱਟ ਮੈਂ ਵੈਸੇ ਵੀ ਸਮਝਦਾ ਕਿ ਹਰ ਸਰਕਾਰ ਦੀ ਡਿਊਟੀ ਹੈ ਕਿ ਰੋਟੀ, ਕੱਪੜਾ ਔਰ ਮਕਾਨ ਇਹ ਤਾਂ ਮਿਲਣਾ ਚਾਹੀਦਾ ਹਰੇਕ ਬੰਦੇ ਨੂੰ। ਮਲੂਕਾ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਹੁਣ ਇੱਕ, ਕਿਉਂਕਿ ਬੀਐਸਪੀ ਦੇ ਨਾਲ ਗੱਠਜੋੜ ਹੋਇਆ ਤੇ ਬਹੁਤ ਸਾਰੇ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਨੇ, ਉਸ ਹਿਸਾਬ ਦੇ ਨਾਲ ਬਹੁਤ ਸਾਰੇ ਸਿਆਸੀ ਚਿੰਤਕ ਜਿਹੜੇ ਨੇ ਹੁੰਦੇ ਉਹ ਲਗਾਤਾਰ ਆਪਣੀ ਘੋਖ ਕਰਦੇ ਰਹਿੰਦੇ ਨੇ ਕਿ ਇਸ ਦੇ ਨਾਲ ਕੀ ਇੰਪੈਕਟ ਪਵੇਗਾ। ਯਕੀਨਨ ਇਹਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਬਲ ਮਿਲੇਗਾ, ਪਰ ਸਾਫ਼ ਤੌਰ ਤੇ ਵੀ ਕਿਹਾ ਜਾ ਰਿਹਾ ਕਿ ਇੰਨਾ ਵੀ ਬਲ ਨਹੀਂ ਮਿਲੇਗਾ ਕਿ 2022 ਦੇ ਵਿੱਚ ਸਰਕਾਰ ਬਣ ਜਾਵੇ। ਦੇਖੋ, ਜਦੋਂ 96 'ਚ ਅਸੀਂ ਗੱਠਜੋੜ ਕੀਤਾ ਸੀਗਾ, ਉਸ ਵੇਲੇ ਵੀ ਲੋਕ ਇਹੀ ਗੱਲਾਂ ਕਰਦੇ ਸੀ ਵੀ ਕੋਈ ਫਾਇਦਾ ਨਹੀਂ ਜੀ, ਐਵੇਂ ਕਰ ਲਿਆ ਜੀ ਗੱਠਜੋੜ, ਇਹਦਾ ਕੀ ਫਾਇਦਾ ਜੀ। ਤੇ ਜਦੋਂ ਰਿਜ਼ਲਟ ਆਏ ਸਾਰੇ ਹੈਰਾਨ ਰਹਿ ਗਏ। ਉਸ ਵੇਲੇ ਵੀ ਅਕਾਲੀ ਦਲ ਹਾਸ਼ੀਏ ਤੇ ਕੀਤਾ ਹੋਇਆ ਸੀ, ਜਿਵੇਂ ਹੁਣ ਇਹਨਾਂ ਨੇ ਪ੍ਰਚਾਰ ਕਰ ਬੇਅਦਬੀ ਫਲਾਨਾ ਤੇ ਉਕਾ ਕੀਤਾ ਪ੍ਰਚਾਰ ਖਿਲਾਫ ਅਕਾਲੀ ਦਲ ਦੇ। ਉਦੋਂ ਵੀ ਇਹੀ ਸਥਿਤੀਆਂ ਸੀਗੀਆਂ ਕਿਉਂਕਿ ਅੱਤਵਾਦ ਦਾ ਸਮਾਂ ਸੀ, ਬੇਅੰਤ ਸਿੰਘ ਉਹਨਾਂ ਦੀ ਗੌਰਮੈਂਟ ਸੀ, ਫਿਰ ਹਰਚਰਨ ਬਰਾੜਾ ਆਏ, ਫਿਰ ਬੀਬੀ ਭੱਠਲ ਆਈ। ਉਸ ਵੇਲੇ ਵੀ ਇਹੀ ਪ੍ਰਚਾਰ ਚੱਲਦਾ, ਇਹ ਤੋਂ ਜ਼ਿਆਦਾ ਪ੍ਰਚਾਰ ਚੱਲਦਾ ਸੀ। ਤੇ ਜਦੋਂ ਰਿਜ਼ਲਟ ਆਏ ਫਿਰ ਉਹਦੇ ਹੈਰਾਨ ਰਹਿ ਗਏ ਸਾਰੇ ਵੀ 11 ਸੀਟਾਂ ਤੇ 2 ਸੀਟਾਂ ਜਿਹੜੀਆਂ ਹਰੇ ਉਹ ਵੀ ਥੋੜੀਆਂ ਵੋਟਾਂ ਤੇ ਹਰੇ ਸੀ। ਖੁਦ ਮਹਾਰਾਣੀ ਪ੍ਰਨੀਤ ਕੌਰ ਹਰ ਗਈ ਸੀ ਪਟਿਆਲੇ ਤੋਂ। ਸੋ ਇਹ ਰਿਜ਼ਲਟ ਜਦੋਂ ਆਉਣਗੇ ਨਾ 2022 ਦੇ, ਨੂੰ ਉਦੋਂ ਪਤਾ ਲੱਗੇਗਾ। ਸਾਡੇ ਪਰਸੋਂ ਦਾ ਹੀ ਹੋਇਆ ਨਾ ਸਮਝੌਤਾ, ਕੋਈ ਹਲੇ ਲੰਮਾ ਸਮਾਂ ਨਹੀਂ ਹੋਇਆ। ਇੰਨਾ ਚਾਅ ਹੈ ਵਰਕਰਾਂ ਨੂੰ, ਦੋਨਾਂ ਪਾਰਟੀਆਂ ਨੂੰ ਇੰਨਾ ਚਾਅ ਚੜਿਆ ਹੋਇਆ ਪਿੰਡਾਂ ਦੇ ਵਿੱਚ, ਜਾਣੀ ਇੱਕ ਨਵਾਂ ਜੋਸ਼ ਭਰ ਗਿਆ, ਜਿਵੇਂ ਕੋਈ ਬਹੁਤ ਕੁਝ ਦੇਤਾ ਹੁੰਦਾ ਲੋਕਾਂ ਨੂੰ। ਹਲੇ ਤਾਂ ਸਮਝੌਤਾ ਹੀ ਹੋਇਆ, ਕੁਝ ਵੀ ਨਹੀਂ। ਹਲੇ ਉਹਨੂੰ ਚੱਲਣਾ ਹੈ, ਤੁਰਨਾ ਹੈ, ਅੱਗੇ ਕਦਮ ਪੱਟਣੇ ਆ। ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਦੋਹਾਂ ਪਾਰਟੀਆਂ ਦੀ ਮੱਤ ਮਿਲਦੀ ਹੈ, ਦੋਹਾਂ ਦੇ ਮਸਲੇ ਇੱਕੋ ਜਿਹੇ ਨੇ, ਇਸੇ ਕਰਕੇ ਪਾਰਟੀ ਨੇ ਗੱਠਜੋੜ ਕਰਨ ਦੇ ਵਿੱਚ ਸੋਚ ਸਮਝ ਕੇ ਪਾਰਟੀ ਦੇ ਨਾਲ ਗੱਠਜੋੜ ਕੀਤਾ ਬੀਐਸਪੀ ਦੇ ਨਾਲ। ਪਰ ਨਾਲ ਦੀ ਨਾਲ ਇਹ ਵੀ ਚੀਜ਼ਾਂ ਸਾਹਮਣੇ ਆਉਂਦੀਆਂ ਕਿ ਮੱਧ ਪ੍ਰਦੇਸ਼ ਦੇ ਨਾਲ ਬੀਐਸਪੀ ਦਾ ਕਿਸੇ ਹੋਰ ਪਾਰਟੀ ਦੇ ਨਾਲ ਸਮਝੌਤਾ, ਦਿੱਲੀ ਦੇ ਵਿੱਚ ਕਿਸੇ ਹੋਰ ਦੇ ਨਾਲ ਸਮਝੌਤਾ,
ਤੇ ਸੋਚ ਫਿਰ ਕਿੱਥੋਂ ਮਿਲਦੀ ਹੈ ਇਹ ਚੀਜ਼ਾਂ? ਨਹੀਂ, ਉਹਨਾਂ ਦੀ ਵੇਖੋ ਨੈਸ਼ਨਲ ਲੈਵਲ ਦੀ ਪਾਰਟੀ ਹੈ, ਅਸੀਂ ਸਟੇਟ ਦੀ ਪਾਰਟੀ ਹੈ। ਦਿੱਲੀ ਉਹ ਕੀ ਕਰਦੇ ਨੇ, ਮੱਧ ਪ੍ਰਦੇਸ਼ 'ਚ ਕੀ ਕਰਦੇ ਨੇ, ਉਹਨਾਂ ਦੇ ਏਜੰਡੇ ਨੇ, ਸਾਡਾ ਕੋਈ ਨਹੀਂ। ਸਾਡਾ ਏਜੰਡਾ, ਅਸੀਂ ਘੱਟੋ ਘੱਟ ਏਜੰਡਾ ਲੈ ਕੇ ਚੱਲਾਂਗੇ, ਤੋਂ ਬਾਅਦ ਏਜੰਡਾ ਪ੍ਰੋਗਰਾਮ ਬਣਾਵਾਂਗੇ, ਤੈਅ ਕਰਾਂਗੇ ਜਿਹਦੇ ਤੇ ਅਸੀਂ ਇਲੈਕਸ਼ਨ ਲੜਨੀ ਹੈ। ਮੈਨੀਫੈਸਟੋ ਵੀ ਹੋਏਗਾ ਤੇ ਘੱਟੋ ਘੱਟ ਪ੍ਰੋਗਰਾਮ ਵੀ ਹੋਏਗਾ ਕਿ ਜਿਹੜਾ ਪੰਜਾਬ 'ਚ ਲਾਗੂ ਕਰਨਾ ਦੋਨਾਂ ਪਾਰਟੀਆਂ ਨੇ ਆਉਣ ਵਾਲੇ, ਜੇ ਸਰਕਾਰ ਬਣਦੀ ਹੈ ਤਾਂ, ਜਿਹੜੀ ਕਿ ਲੱਗਦੀ ਹੈ ਕਿ ਹੁਣ ਬਣੇਗੀ। ਦੇਖੋ ਬਾਕੀਆਂ ਦਾ ਤਾਂ ਉਹਨੇ ਸੋਚਣਾ ਨਾ ਵੀ ਕਿੱਥੇ ਕਿੱਥੇ ਕੀ ਕਰਨਾ, ਕਿਵੇਂ ਕਰਨਾ। ਅਸੀਂ ਪੰਜਾਬ ਬਾਰੇ ਸੋਚਣਾ ਹੈਗਾ ਸਾਰਿਆਂ ਨੇ। ਪੰਜਾਬ ਦੇ ਵਿੱਚ ਜਿਹੜੇ ਰਿਜ਼ਲਟ ਆ ਤੁਸੀਂ ਵੇਖੋਗੇ ਫਿਰ ਹੈਰਾਨੀਜਨਕ ਹੋਣਗੇ 2022 ਵਾਲੇ। ਪਿੰਡਾਂ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਇਹਨਾਂ ਨੂੰ, ਸਾਨੂੰ ਵੀ ਨਹੀਂ ਸੀ ਪਤਾ ਕਿ ਬੀਐਸਪੀ ਦੇ ਇੰਨੇ ਵਰਕਰ ਹੈਗੇ ਆ। ਜਿਆਦਾ ਦੁਆਬੇ ਦੀ ਸਾਈਡ ਨੂੰ ਗਿਣਦੇ ਸੀ ਅਸੀਂ ਵੀ ਦੁਆਬੇ 'ਚ ਬੀਐਸਪੀ ਦਾ ਜ਼ਿਆਦਾ ਜ਼ੋਰ ਹੈ, ਪਰ ਤੁਸੀਂ ਹੈਰਾਨ ਹੋਗੇ। ਮੈਂ ਆਪਦੇ 2 ਹਲਕਿਆਂ ਦੀਆਂ ਮੀਟਿੰਗਾਂ ਕੀਤੀਆਂ, ਕੱਲ ਤੇ ਅੱਜ। ਇੱਕ ਕੱਲ ਮੈਂ ਰਾਮਪੁਰੇ ਦੀ ਕੀਤੀ ਸੀ, ਅੱਜ ਮੌੜ ਦੀ ਕੀਤੀ ਹੈ। ਇੰਨਾ ਵਰਕਰਾਂ 'ਚ ਉਤਸ਼ਾਹ ਹੈ, ਪਹਿਲਾਂ ਇੰਨਾ ਕਦੇ ਵੇਖਿਆ ਨਹੀਂ ਸੀ। ਤੇ ਵਰਕਰ ਬੀਐਸਪੀ ਦੇ, ਇੱਕ ਸਾਡਾ ਭਗਤਾ ਭਾਈ ਕਾ ਕਸਬਾ ਹੈ ਕਾਫੀ, ਉੱਥੇ ਬੀਐਸਪੀ ਦੇ ਵਰਕਰ ਜਿਨ੍ਹਾਂ ਨੂੰ ਅਸੀਂ ਜਾਣਦੇ ਤਾਂ ਜਾਣਦੇ ਹੁੰਦੇ ਆ। ਕੁਝ ਵਰਕਰ ਇਹੋ ਜਿਹੇ ਸੀ ਜਿਹੜੇ ਬੜੇ ਐਕਟਿਵ ਸੀ ਤੇ ਮਦਦ ਆਪ ਦੀ ਕਰ ਰਹੇ ਸੀ, ਆਮ ਆਦਮੀ ਪਾਰਟੀ ਦੀ ਮਦਦ ਕਰ ਰਹੇ ਸੀ। ਉਹ ਤੇ ਮੇਰੇ ਉਲਟ ਕਰਦੇ ਰਹਿੰਦੇ, ਭਾਸ਼ਣ ਭੂਸ਼ਣ ਵੀ, ਕੋਈ ਮਸਲਾ ਉਹ ਕੋਈ ਸਵਾਲ ਵੀ ਪਾਉਣਾ, ਪਾ ਦੇਣਾ। ਪਰਸੋਂ ਦਾ ਟੈਲੀਫੋਨ ਆਇਆ ਜੀ, ਆਪਾਂ ਮੀਟਿੰਗ ਕਦੋਂ ਕਰੀਏ। ਮੈਂ ਬੜਾ ਹੈਰਾਨ ਸੀ ਵੀ ਤਾਂ ਬੰਦਾ ਆਮ ਆਦਮੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਬਸਪਾ ਦਾ ਵਰਕਰ ਹੈ। ਉਹ ਪਤਾ ਕੀਤਾ ਤਾਂ ਬਸਪਾ ਦਾ ਵਰਕਰ ਸੀਗਾ। ਤੇ ਮੈਂ ਕਿਹਾ ਤੂੰ, ਕਹਿੰਦਾ ਜੀ ਜਦੋਂ ਸਾਨੂੰ ਪਤਾ ਵੀ ਸਾਡੀ ਪਾਰਟੀ ਨੇ ਤਾਂ ਜਿੱਤਣਾ ਨਹੀਂ ਪੰਜਾਬ 'ਚ, ਸਾਡੀ ਪਾਰਟੀ ਨੇ ਰਾਮਪੁਰੇ ਦੇ ਚੋਣ ਨਹੀਂ ਲੜਨੀ, ਤੇ ਫਿਰ ਅਸੀਂ ਜਿਹੜੀ ਪਾਰਟੀ ਲੋਟ ਆਉਂਦੀ ਉਹਦੀ ਮਦਦ ਕਰ ਦਿੰਦੇ ਹਾਂ, ਜਿਹੜਾ ਸਾਨੂੰ ਚੰਗਾ ਲੱਗਦਾ ਸੀ ਉਧਰ ਨੂੰ ਤੁਰ ਪੈਂਦੇ ਸੀ। ਹੁਣ ਕਿਉਂਕਿ ਬਸਪਾ ਮੈਦਾਨ 'ਚ ਆ ਗਈ, ਹੁਣ ਸਾਨੂੰ ਪਤਾ ਲੱਗ ਗਿਆ ਕਿ ਬਸਪਾ ਰਾਜ ਭਾਗ 'ਚ ਵੀ ਆਏਗੀ ਤੇ ਅਸੀਂ ਥੱਲੇ ਤੇ ਹਿੱਸਾ ਬਣਾਵਾਂਗੇ ਰਾਜ ਭਾਗ 'ਚੋਂ। ਹੁਣ ਸਾਨੂੰ ਵੀ ਹੌਸਲਾ ਹੋ ਗਿਆ ਵੀ ਆਪਾਂ ਨੂੰ ਵੀ ਤਕੜੇ ਹੋ ਕੇ ਇਹਦੇ 'ਚ ਹੋਰ ਹਿੱਸਾ ਪਾਉਣਾ ਚਾਹੀਦਾ। ਅਸੀਂ ਹੁਣ ਸਾਰੇ ਇਕੱਠੇ ਹੋ ਕੇ ਜੋ ਬਸਪਾ ਦਾ ਹੁਕਮ ਆਏਗਾ ਸਾਨੂੰ ਅਸੀਂ ਉਹ ਉਸ ਮੁਤਾਬਕ ਚੱਲਣਗੇ। ਬਸਪਾ ਦਾ ਆਧਾਰ, ਕਿਉਂਕਿ ਦਲਿਤ ਵੋਟ ਬਹੁਤ ਮੈਟਰ ਕਰਦਾ ਇਸ ਵੇਲੇ, ਕਿਉਂਕਿ ਕਿਤੇ ਨਾ ਕਿਤੇ ਭਾਜਪਾ ਵੀ ਹੁਣ ਜੋੜ ਤੋੜ ਦੇ ਵਿੱਚ ਲੱਗੀ ਹੋਈ ਹੈ। ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਐਕਸਟ੍ਰੀਮਿਕ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਹਵਾ ਦੇਣ ਦੀ ਕੋਸ਼ਿਸ਼ ਹੋਈ, ਖਾਲਿਸਤਾਨ ਦੀਆਂ ਦੁਬਾਰਾ ਚਰਚਾਵਾਂ ਛੜੀਆਂ ਪੰਜਾਬ ਦੇ ਵਿੱਚ, ਹਿੰਦੂ ਵੋਟ ਨੂੰ ਕਿਤੇ ਨਾ ਕਿਤੇ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਹੋਈ, ਜਿਹੜੀਆਂ ਅਕਸਰ ਅਸੀਂ ਦੇਖਦੇ ਹਾਂ ਸਿਆਸੀ ਮਾਹਰਾਂ ਨਾਲ ਗੱਲਬਾਤ ਜਦੋਂ ਕਰਦੇ ਹਾਂ ਉਹਨਾਂ ਦੇ ਵਿੱਚ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਵੋਟ ਪੋਲਰਾਈਜੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਬੀਜੇਪੀ ਦੇ ਵੱਲੋਂ, ਕਿ ਸ਼ਹਿਰੀ ਵੋਟਰ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਇਆ ਜਾਵੇ, ਜਿਹੜਾ ਹਿੰਦੂ ਵੋਟਰ ਉਹਨੂੰ ਵੀ ਆਪਣੇ ਹੱਕ ਦੇ ਵਿੱਚ ਭੁਗਤਾਇਆ ਜਾਵੇ। ਇਹ ਜਿਹੜੀਆਂ ਕੋਸ਼ਿਸ਼ਾਂ ਨੇ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਐਨਾਲਿਸਿਸ ਤੁਸੀਂ ਵੀ ਕਰ ਰਹੇ ਹੋਵੋਗੇ ਪਾਰਟੀ ਪੱਧਰ ਤੇ, ਤੁਹਾਡੇ ਵੱਲੋਂ ਵੀ ਇਸ ਚੀਜ਼ ਨੂੰ ਲੈ ਕੇ ਐਨਾਲਿਸਿਸ ਚੱਲ ਰਿਹਾ ਹੋਊਗਾ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਫਿਰ ਮਾਹੌਲ ਖਰਾਬ ਕਰਕੇ ਇੱਕ ਕਿਤੇ ਨਾ ਕਿਤੇ ਵੋਟਰ, ਜਿਹੜੇ ਹਿੰਦੂ ਵੋਟਰ ਹੋ ਗਏ ਜਾਂ ਜਿਹੜੇ ਛੋਟੇ ਲੋਕ ਡਰ ਜਾਂਦੇ ਨੇ ਇਦਾਂ ਦੀਆਂ ਘਟਨਾਵਾਂ ਤੋਂ, ਉਹਨੂੰ ਆਪਣੇ ਵੱਲੋਂ ਭੁਗਤਾਉਣ ਦੀ ਕੋਸ਼ਿਸ਼ ਹੈ। ਦੇਖੋ ਜਿਹੜੀ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ, ਇਹਨਾਂ ਦੀ ਨੀਤੀਆਂ ਤਕਰੀਬਨ ਇੱਕੋ ਹੀ ਹੈ। ਉਹਨਾਂ ਦਾ ਥੋੜਾ ਜਿਹਾ ਜ਼ਿਆਦਾ ਹਿੰਦੂ ਏਜੰਡਾ, ਇਹਨਾਂ ਦਾ ਥੋੜਾ ਜਿਹਾ ਘੱਟ ਹੈ। ਇਹਨਾਂ ਦਾ ਲੁਕਮਾ ਹੈ, ਉਹਨਾਂ ਦਾ ਸਾਹਮਣੇ ਹੈ ਦੋਨਾਂ ਦਾ ਹੀ, ਕੋਈ ਦੋ ਰਿਆ ਨਹੀਂ ਹੈਗੀਆਂ। ਦੋਨੇ ਹੀ ਕਰਨਾ ਚਾਹੁੰਦੇ ਨੇ। ਪਹਿਲਾਂ ਉਹਨਾਂ ਨੂੰ ਵੀ ਵਰਤਿਆ, ਲੋਕਾਂ ਨੂੰ ਬੜਾ ਚਿਰ ਲਾਰੇ ਕੋਈ ਕਿਸੇ ਕਿਸਮ ਦਾ ਲਾ ਕੇ, ਕਿਤੇ ਕਿਸੇ ਵੰਡ ਕਰਕੇ ਉਹਨਾਂ ਨੇ ਰਾਜ ਕੀਤਾ ਬਹੁਤ ਲੰਮਾ ਸਮਾਂ। ਉਸੇ ਨੀਤੀਆਂ ਤੇ ਹੁਣ ਭਾਰਤੀ ਜਨਤਾ ਪਾਰਟੀ ਚੜ੍ਹਦੀ ਚਾਹੁੰਦੀ ਹੈ ਵੀ ਹਿੰਦੂਆਂ ਦੇ ਨਾਂ ਤੇ ਰਾਜ ਕਰਨਾ ਚਾਹੁੰਦੀ ਹੈ, ਜਿਹੜਾ ਕਿ ਸਾਡੇ ਦੇਸ਼ ਦੇ ਵਿੱਚ ਸੰਭਵ ਨਹੀਂ ਹੈਗਾ। ਚਲੋ ਉਹਨਾਂ ਨੂੰ ਫਾਇਦੇ ਤਾਂ ਹੋਏ ਆ ਪਿਛਲੇ ਸਮਿਆਂ ਦੇ ਵਿੱਚ। ਪੰਜਾਬ ਇੱਕ ਐਸੀ ਹੈ, ਇੱਥੋਂ ਦੇ ਜਿਹੜਾ ਵੋਟਰ ਹੈ ਜਾਂ ਇੱਥੋਂ ਦੇ ਲੋਕ ਨੇ, ਚਾਹੇ ਉਹ ਦਲਿਤ ਨੇ, ਚਾਹੇ ਕਿਸਾਨ ਨੇ, ਚਾਹੇ ਵਪਾਰੀ ਨੇ, ਚਾਹੇ ਮੁਲਾਜ਼ਮ ਨੇ, ਸਭ ਤੋਂ ਜ਼ਿਆਦਾ ਜਿਹੜਾ ਜਾਗਰੂਕ ਵੋਟਰ ਜਾਂ ਤਾਂ ਪੰਜਾਬ ਦਾ ਹੈ ਤੇ ਜਾਂ ਬੰਗਾਲ ਦਾ ਹੈ। ਇਹ ਬਹੁਤ ਜਾਗਰੂਕ ਨੇ। ਇਹ ਕਿਸੇ ਦੇ ਵਿੱਚ ਨਹੀਂ ਆਉਣਗੇ ਝਮੇਲਿਆਂ 'ਚ ਜਾਂ ਕਿਸੇ ਦੇ ਲਾਰਿਆਂ 'ਚ ਜਾਂ ਕਿਸੇ ਦੇ ਉਹ ਨਹੀਂ ਆਉਂਦੇ। ਆਪ ਸੋਚਦੇ ਆ ਕੀ ਕਰਨਾ। ਬੜੇ ਰਿਜ਼ਲਟ ਉਲਟੇ ਪੁਲਟੇ ਕੱਢ ਦਿੰਦੇ ਜਦੋਂ ਇਹਨਾਂ ਦਾ ਇਰਾਦਾ ਹੋ ਜਾਏ। ਸੋਚਿਆ ਹੀ ਨਹੀਂ ਹੁੰਦਾ ਲੋਕਾਂ ਨੇ, ਜਿਵੇਂ 99 'ਚ ਮਾਨ ਨੂੰ ਹੀ ਸਾਰੀਆਂ ਪਾਤੀਆਂ, ਕਿਸੇ ਨੇ ਵੇਖਿਆ ਹੀ ਨਹੀਂ ਵੀ ਕੌਣ ਹੈ ਕੌਣ ਨਹੀਂ। ਹਿੰਦੂਆਂ ਨੇ ਵੀ ਪਾਤੀਆਂ, ਸਿੱਖਾਂ ਨੇ ਵੀ ਪਾਤੀਆਂ, ਦਲਿਤਾਂ ਨੇ ਵੀ ਪਾਤੀਆਂ, ਸਾਰਿਆਂ ਨੇ ਪਾਤੀਆਂ। ਸੋ ਇਹ ਸਮੇਂ ਨਾਲ ਫੈਸਲੇ ਕਰਦੇ ਰਹਿੰਦੇ ਨੇ। 97 'ਚ ਆਇਆ, ਸਾਰੀਆਂ ਸੀਟਾਂ ਸਾਨੂੰ ਜਿਤਾਤੀਆਂ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਬੀਜੇਪੀ ਦਾ ਫਿਲਹਾਲ ਤਾਂ ਕੋਈ ਨਹੀਂ ਚੱਲੇਗੀ ਗੱਲ। ਬੀਜੇਪੀ ਨਾਲ ਦੀ ਨਾਲ ਇਹ ਵੀ ਕੋਸ਼ਿਸ਼ਾਂ ਕਰ ਰਹੀ ਹੈ, ਜਿੱਦਾਂ ਹਰਿਆਣੇ ਦੇ ਵਿੱਚੋਂ ਡੇਰਾ ਮੁਖੀ ਨੂੰ ਕਿਤੇ ਨਾ ਕਿਤੇ ਪੈਰੋਲ ਮਿਲ ਰਹੀ ਹੈ, ਉਸ ਦੇ ਪ੍ਰਤੀ ਨਰਮ ਦਿਲੀ ਵਰਤੀ ਜਾ ਰਹੀ ਹੈ ਕਿਤੇ ਨਾ ਕਿਤੇ, ਕਿਉਂਕਿ ਡੇਰੇ ਦਾ ਵੀ ਵੱਡੇ ਪੱਧਰ ਤੇ ਪ੍ਰਭਾਵ, ਉਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਕਿ ਪੰਜਾਬ ਦੇ ਮਾਲ ਵਾਲੀ ਬੈਲਟ ਵਾਲੇ ਪਾਸੇ ਡੇਰੇ ਦਾ ਆਧਾਰ ਹੈਗਾ। ਤੇ ਤੁਹਾਨੂੰ ਲੱਗਦਾ ਕਿ ਉਧਰਲੇ ਪਾਸੇ ਵੀ ਵੋਟ ਦਾ ਇੰਪੈਕਟ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੇਲੇ ਬੀਜੇਪੀ ਦੇ ਵੱਲੋਂ? ਨਹੀਂ, ਬੀਜੇਪੀ ਹਰ ਹਿੱਲਾ ਵਰਤੇਗੀ, ਹਰ ਏਜੰਡਾ ਵਰਤੇਗੀ। ਤੁਹਾਡੀ ਰਾਏ ਠੀਕ ਹੈ ਕਿ ਦੋ ਰਿਆ ਨਹੀਂ, ਪਰ ਜਿਹੜਾ ਕਾਰਡ ਹੈ, ਜਿਵੇਂ ਦਲਿਤ ਕਾਰਡ ਦੀ ਬੀਜੇਪੀ ਕੋਸ਼ਿਸ਼ ਕਰਦੀ ਹੈ ਵੀ ਅਸੀਂ ਮੁੱਖ ਮੰਤਰੀ ਬਣਾਵਾਂਗੇ, ਲੋਕੀ ਨਾਲ ਦੀ ਨਾਲ ਹੀ ਸਵਾਲ ਕਰਦੇ ਨੇ ਵੀ ਤੁਸੀਂ ਪੰਜਾਬ 'ਚ ਤਾਂ ਮੁੱਖ ਮੰਤਰੀ ਤਾਂ ਹੀ ਬਣਾਓਗੇ ਨਾ ਜੇ ਤੁਹਾਡੀ ਸਰਕਾਰ ਬਣੇਗੀ। ਤੁਹਾਨੂੰ ਪਤਾ ਵੀ ਤੁਹਾਡੀ ਸਰਕਾਰ ਨਹੀਂ ਬਣਨੀ, ਤੁਹਾਨੂੰ ਪਤਾ ਵੀ ਤੁਹਾਡੀਆਂ 10 ਸੀਟਾਂ ਵੀ ਨਹੀਂ ਆਉਣੀਆਂ, ਤੇ ਮੁੱਖ ਮੰਤਰੀ ਕਾਹਦੇ ਨਾਲ ਬਣਾ ਦਿਓਗੇ? ਜਦੋਂ ਮੇਰੇ ਕੋਲੇ ਕੁਝ ਹੈ ਹੀ ਨਹੀਂ ਤੇ ਮੈਂ ਐਵੇਂ ਦਿਉਤਾ ਬਣਿਆ, ਫਿਰ ਜਿੰਨਾ ਮਰਜ਼ੀ ਦਾਨੀ ਬਣ ਜਾ, ਮੇਰੀ ਜੇਬ 'ਚ ਤਾਂ ਆਨਾ ਨਹੀਂ। ਇੱਥੇ ਦੀ ਪੰਜਾਬ ਦੀ ਹਾਲਤ ਬੀਜੇਪੀ ਦੀ ਇਹੀ ਹੈ। MLA 5 ਵੀ ਆ ਜਾਣ ਤਾਂ ਚੰਗੀ ਗੱਲ ਹੋਏਗੀ। ਹਾਲਾਤ ਇਹ ਹੈ ਕਿ 5 ਵੀ ਨਾ ਸ਼ਾਇਦ ਆਉਣ। ਸੁਪਨੇ ਲੈਣੇ ਰਾਜ ਭਾਗ ਦੇ ਤਾਂ ਛੱਡ ਦੇਣ। ਮੈਂ ਸਵਾਲ ਕਰਦਾ ਬੀਜੇਪੀ ਨੂੰ, ਬੜੀ ਚੰਗੀ ਗੱਲ ਆ ਜੇ ਉਹ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਦਲਿਤਾਂ ਦੇ, ਬੜੀ ਅੱਛੀ ਗੱਲ ਹੋਏਗੀ, ਕੋਈ ਮਾੜੀ ਗੱਲ ਨਹੀਂ। ਫਿਰ ਹਰਿਆਣੇ 'ਚ ਬਣਾ ਦੇਣਾ,
ਨਾ ਉਹਨਾਂ ਦਾ ਫੇਲ ਆ ਮੁੱਖ ਮੰਤਰੀ ਉੱਥੇ ਟੋਟਲੀ, ਉੱਥੇ ਕਿਉਂ ਨਹੀਂ ਬਣਾਉਂਦੇਗੇ? ਫਿਰ ਨਾਲ ਆਪਣੇ ਹਿਮਾਚਲ 'ਚ ਉਹ ਉੱਥੇ ਬਣਾ ਦੇਣ, ਇੱਥੇ ਵੀ ਰਾਜ ਇਹਨਾਂ ਦਾ, ਯੂਪੀ 'ਚ ਵੀ ਇਹਨਾਂ ਦਾ, ਉੱਤਰਾਖੰਡ 'ਚ ਵੀ ਇਹਨਾਂ ਦਾ, ਗੁਜਰਾਤ 'ਚ ਵੀ ਇਹਨਾਂ ਦਾ, ਮੱਧ ਪ੍ਰਦੇਸ਼ 'ਚ ਵੀ ਇਹਨਾਂ ਦਾ, ਤੇ ਉੱਥੇ ਬਣਾ ਦੇਣ। ਉੱਥੇ ਕਿਉਂ ਨਹੀਂ ਮਿਸਾਲ ਕਾਇਮ ਕਰਨ ਬਣਾ ਕੇ? ਪੰਜਾਬ ਦਾ ਤਾਂ ਵੋਟਾਂ ਤੋਂ ਬਾਅਦ ਸੋਚਣਾ ਨਾ ਕੀ ਹੋਊਗਾ ਕੀ ਨਹੀਂ, ਤੇ ਜਿੱਥੇ ਰਾਜ ਹੈਗਾ ਉੱਥੇ ਕਿਉਂ ਨਹੀਂ ਬਣਾਉਂਦੇ? ਉੱਥੇ ਤਾਂ ਡਿਪਟੀ ਸੀਐਮ ਵੀ ਨਹੀਂ ਬਣਾਉਂਦੇ। ਮਲੂਕਾ ਸਾਹਿਬ, ਕਾਂਗਰਸ ਲਗਾਤਾਰ ਇਹ ਵੀ ਗੱਲਾਂ ਆਖ ਰਹੀ ਹੈ, ਕਾਂਗਰਸ ਹੋ ਗਏ ਜਾਂ ਤੁਹਾਡੇ ਤੋਂ ਜਿਹੜੇ ਤੋੜ ਵਿਛੋੜੇ ਕਰਕੇ ਜਿਹੜੇ ਟਕਸਾਲੀ ਨਿਕਲੇ ਨੇ, ਹੁਣ ਸੰਯੁਕਤ ਦੇ ਵਿੱਚ ਉਹਨਾਂ ਨੇ ਰੂਪ ਧਾਰਨ ਕਰ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਉਹ ਸਾਫ਼ ਤੌਰ ਤੇ ਕਹਿੰਦੇ ਨੇ ਕਿ 15 ਸੀਟਾਂ ਵੀ ਹਾਸਲ ਕਰ ਜਾਣ ਤਾਂ ਗਨੀਮਤ ਆ ਅਕਾਲੀ ਦਲ ਲਈ। ਵੇਖੋ ਜਿਹੜੇ ਉਹ ਸਾਡੇ ਬਜ਼ੁਰਗ ਐ ਸੰਯੁਕਤ ਅਕਾਲੀ ਦਲ ਵਾਲੇ, ਤੁਰਿਆ ਨਹੀਂ ਜਾਂਦਾ, ਦੋਨਾਂ ਤੋਂ ਬੁੱਢੇ ਹੋ ਗਏ ਆ। ਸਾਡੇ ਢੀਂਡਸਾ ਸਾਹਿਬ ਹੈ, ਵਰਪੁਰਾ ਸਾਹਿਬ ਆ, ਸਾਡੇ ਸਤਿਕਾਰਯੋਗ ਹੈ। ਮੈਂ ਉਹਨਾਂ ਕੋਲ ਵਾਲੇ ਕੋਈ ਬਹੁਤੀ ਗੱਲ ਕਰਦਾ ਚੰਗਾ ਨਹੀਂ ਲੱਗਦਾ, ਕਿਉਂਕਿ ਅਸੀਂ ਇਕੱਠੇ ਰਹੇ ਹਾਂ, ਇਕੱਠਿਆਂ ਨੇ ਲੜਾਈਆਂ ਲੜੀਆਂ। ਕਈ ਵਾਰੀ ਵੱਡੀ ਉਮਰ ਜਦੋਂ ਹੋ ਜਾਂਦੀ ਹੈ ਬੰਦੇ ਦੀ ਮੱਤ ਮਾਰੀ ਜਾਂਦੀ ਹੈ, ਬੰਦਾ ਚੰਗੇ ਭਲੇ ਥਾਂ ਤੇ ਇੱਜ਼ਤ ਮਾਣ ਵਾਲੇ ਤੋਂ ਪਾ ਕੇ ਬੈਠਾ ਠੇਬੇ ਖਾਣ ਲਈ ਮਜਬੂਰ ਹੋ ਜਾਂਦਾ। ਸੋ ਹੁਣ ਇਸ ਵੇਲੇ ਠੇਬੇ ਖਾਣ ਲਈ ਮਜਬੂਰ ਹੈ। ਪੱਲੇ ਪੁੱਲੇ ਉਹਨਾਂ ਦੇ ਕੁਛ ਨਹੀਂ ਹੈਗਾ, ਨਾ ਆਵੇ ਉਹਨਾਂ ਦੇ ਹੱਥ ਪੱਲੇ ਕੁਛ। ਜਿਹੜੀ ਸੋਚਣਾ ਉਹ ਚੱਲੇ ਸੀ ਲੈ ਕੇ ਜਾਂ ਕਿਸੇ ਦੇ ਮਗਰ, ਉਹਨਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਨੇ ਇਸ਼ਾਰਾ ਕੀਤਾ ਸੀ ਵੀ ਤੁਸੀਂ ਮੂਹਰੇ ਲੱਗੋ, ਅਸੀਂ ਤੁਹਾਡੀ ਮਦਦ ਕਰਾਂਗੇ ਆਉਣ ਵਾਲੇ ਸਮੇਂ 'ਚ। ਪਰ ਉਹ ਤਾਂ ਕਹਿੰਦੇ ਬੀਜੇਪੀ ਨਾਲ ਸਾਡੀ ਕੋਈ ਗੱਲ ਨਹੀਂ ਹੋਈ। ਐਵੇਂ ਝੂਠ ਬੋਲਦੇ ਆ, ਗੁਰਦੁਆਰੇ ਜਾ ਕੇ ਕਹਿਣ ਗੁਰਦੁਆਰੇ ਜਾ ਕੇ ਉਹ ਝੂਠ ਬੋਲਦੇ ਨੇ। ਪ੍ਰਸਥਿਤੀਆਂ ਬਦਲ ਗਈਆਂ, ਕਿਸਾਨ ਮੋਰਚੇ ਨੇ ਪ੍ਰਸਥਿਤੀਆਂ ਬਦਲਾਤੀਆਂ, ਤਾਂ ਮੁੱਕਰਦੇ ਹੋ ਬੀਜੇਪੀ ਨੇ ਗੱਲ ਨਹੀਂ। ਸਾਨੂੰ ਤਾਂ ਸਾਰਾ ਪੂਰਾ ਪਤਾ, ਸਾਡੇ ਤੋਂ ਹਰ ਗੱਲ ਦਾ ਪਤਾ ਸਾਨੂੰ। ਜਾਣੀ ਕਿ ਜੇ ਕਿਸਾਨੀ ਅੰਦੋਲਨ ਨਾ ਚੱਲਦਾ ਤਾਂ ਪੱਕਾ ਉਧਰਲੇ ਪਾਸੇ ਪੱਕਾ ਗੱਠਜੋੜ ਪੱਕਾ ਸੀ, ਆਈ ਤਾਂ ਸੀ, ਨਿਕਲੀ ਤਾਂ ਸੀ। ਪਰਮਿੰਦਰ ਢੀਂਡਸਾ ਕਹਿੰਦਾ ਕਿ ਮੇਰੇ ਤੋਂ ਅੱਜ ਲਿਖਾ ਲਓ, ਅਕਾਲੀ ਦਲ ਨੇ ਅੱਜ ਨਹੀਂ ਤੇ ਕੱਲ ਨੂੰ ਫਿਰ ਜਾ ਕੇ ਬੀਜੇਪੀ ਦੇ ਪਾਲੇ ਦੇ ਵਿੱਚ ਬੈਠਣਾ ਹੈਗਾ। ਇਹ ਮੈਂ ਸ਼ਰਤ ਨਾਲ ਕਹਿੰਦਾ ਇਹ ਗੱਲ। ਜੇ ਅਸੀਂ ਬੀਜੇਪੀ ਦੇ ਪਾਲੇ 'ਚ ਬੈਠਣਾ ਹੁੰਦਾ ਫਿਰ ਅਸੀਂ ਨਿਕਲਦੇ ਹੀ ਕਿਉਂ? ਸਾਨੂੰ ਕਿਹੜਾ ਕੋਈ ਮਗਰ ਪਿਆ ਸੀ? ਨਾ ਨਿਕਲਦੇ, ਚੁੱਪ ਕਰ ਜਾਂਦੇ। ਚਲ ਗਾਲਾਂ ਚਾਰ ਜਿੱਥੇ ਬੀਜੇਪੀ ਨੂੰ ਮਿਲਦੀਆਂ, ਚਾਰ ਸਾਨੂੰ ਵੀ ਮਿਲ ਜਾਂਦੀਆਂ ਨਾਲ, ਇਹ ਹੋਣਾ ਸੀ ਨਾ। ਪਰ ਨਾ, ਅਸੀਂ ਫੈਸਲਾ ਕਰ ਲਿਆ। ਹੁਣ ਵੀ ਕਈ ਵਾਰੀ ਕੁਐਸਚਨ ਹੁੰਦੇ, ਹੁਣ ਜਿਵੇਂ ਅਸੀਂ ਬਹੁਜਨ ਸਮਾਜ ਪਾਰਟੀ ਨਾਲ ਸਾਡਾ ਸਮਝੌਤਾ ਹੋ ਗਿਆ, ਕਮਿਊਨਿਸਟ ਪਾਰਟੀਆਂ ਨਾਲ ਦੋਨਾਂ ਨਾਲ ਗੱਲ ਸਾਡੀ ਫਾਈਨਲ ਸਟੇਜ ਤੇ। ਮੈਨੂੰ ਲੱਗਦਾ ਵਾਹਿਗੁਰੂ ਕਿਰਪਾ ਕਰੇਗਾ, ਕਿਉਂਕਿ ਉਹਨਾਂ ਨਾਲ ਵੀ ਸਾਡਾ ਕੋਈ ਮਤਭੇਦ ਨਹੀਂ ਹੈਗਾ। 67 ਤੋਂ ਲੈ ਕੇ 80 ਤਾਈਂ ਅਸੀਂ ਇਕੱਠੇ ਚੋਣਾਂ ਲੜਦੇ ਰਹੇ ਹਾਂ। ਇੱਕ ਵਾਰੀ ਉਹਨਾਂ ਦਾ ਮਿਨਿਸਟਰ ਵੀ ਰਿਹਾ ਸਤਪਾਲ ਡਾਂਗ ਜੀ 67 ਦੇ ਵਿੱਚ। ਸੋ ਕੋਈ ਵਖਰੇਵਾ ਨਹੀਂ ਹੈਗਾ, ਮਿਲਦਾ ਜੁਲਦਾ ਕੰਮ ਹੈ, ਉਹ ਇਕੱਠੇ ਹੋ ਸਕਦੇ ਆ। ਇਹ ਪਾਰਟੀਆਂ ਦੋਨੇ ਨਹੀਂ ਚੱਲਦੀਆਂ ਬੀਜੇਪੀ ਨਾਲ, ਨਾ ਕਮਿਊਨਿਸਟ ਚੱਲਣ ਤੇ ਨਾ ਇਹ ਚੱਲਣ। ਇਸ ਕਰਕੇ ਅਸੀਂ ਸਮਝੌਤੇ ਪੱਕੇ ਤੌਰ ਤੇ ਇਹੀ ਕਰ ਰਹੇ ਹਾਂ ਕਿ ਅਸੀਂ ਬੀਜੇਪੀ ਨਾਲ ਹੁਣ ਨਹੀਂ ਜਾਵਾਂਗੇ। ਜੋ ਹਾਲਾਤ ਪੈਦਾ ਹੋ ਗਏ, ਅਸੀਂ ਹੁਣ ਮੁੜ ਕੇ ਬੀਜੇਪੀ ਨਾਲ ਨਹੀਂ। ਬੀਐਸਪੀ, ਸੀਪੀਆਈ, ਸੀਪੀਐਮ ਦੇ ਨਾਲ ਜੀ ਸਾਰਿਆਂ ਦੇ ਨਾਲ ਗੱਠਜੋੜ ਬਣ ਜਾਂਦਾ ਹੈ, ਕਿਉਂਕਿ ਬੀਐਸਪੀ ਦੇ ਨਾਲ ਤਾਂ ਬਣ ਗਿਆ। ਤੁਹਾਡੇ ਹਿਸਾਬ ਨਾਲ ਕਿੰਨੀਆਂ ਸੀਟਾਂ ਤੇ ਪ੍ਰਭਾਵ ਜਿਹੜਾ ਆ ਅਕਾਲੀ ਦਲ ਦਾ ਵਧੀਆ ਹੋ ਜਾਏਗਾ? ਤੁਹਾਡੇ ਹਿਸਾਬ ਨਾਲ ਕੀ ਲੱਗਦਾ? ਨਹੀਂ, ਸਾਡਾ ਪ੍ਰਭਾਵ ਤਾਂ ਹੁਣ ਵੀ ਵਧੀਆ ਸਾਰੇ ਪੰਜਾਬ ਦੇ ਵਿੱਚ। ਅਕਾਲੀ ਦਲ ਤਾਂ ਹੁਣ ਵੀ ਤਕੜਾ ਸਾਰੇ ਪੰਜਾਬ ਦੇ ਵਿੱਚ। 2015 ਦੀ ਜਿਹੜੀ ਬੇਅਦਬੀ ਦੀ ਘਟਨਾ, ਉਹ ਤੁਹਾਨੂੰ ਲੱਗਦਾ ਕਿ ਉਹ ਸੈਟਬੈਕ ਪੂਰਾ ਹੋ ਗਿਆ? ਜਿਸ ਤਰੀਕੇ ਨਾਲ ਬਦਨਾਮੀ ਹੋਈ, ਤੁਸੀਂ ਆਪ ਕਹਿੰਦੇ ਬਦਨਾਮੀ ਕੀਤੀ ਗਈ ਸਾਡੀ। ਦੇਖੋ, ਇੱਕ ਗੱਲ ਹੁੰਦੀ ਹੈ, ਕਿਸੇ ਹਰ ਚੀਜ਼ ਦਾ ਫਾਇਦਾ ਇੱਕ ਵਾਰੀ ਲਿਆ ਜਾਂਦਾ ਹੁੰਦਾ, ਮੁੜ ਕੇ ਨਹੀਂ ਲਿਆ ਜਾਂਦਾ। ਕਾਂਗਰਸ ਪਾਰਟੀ ਨੇ ਆਪਰੇਸ਼ਨ ਬਲੂ ਸਟਾਰ ਕਰਤਾ, ਹਜ਼ਾਰਾਂ ਲੋਕ ਮਾਰਤੇ, ਅਕਾਲ ਤਖਤ ਸਾਹਿਬ ਢਾਤਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਮਾਰਤੀਆਂ, ਦਿੱਲੀ ਦੇ ਵਿੱਚ ਕਤਲਾਮ ਕੀਤਾ ਲੋਕਾਂ ਦਾ, ਢੋਲ ਵਜਾ ਕੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ, ਹੋਇਆ ਨਾ ਸਾਰਾ ਕੁਝ। ਤੇ 700 ਗੁਰੂ ਗ੍ਰੰਥ ਸਾਹਿਬ ਤੋਪਾਂ ਨਾਲ ਸਾੜਤਾ। ਥੋੜਾ ਜਿਹਾ ਚਿਰ ਤਾਂ ਉਹ ਚੱਲਿਆ ਕੰਮ, ਲੋਕੀ ਤਾਂ ਉਹ ਭੁੱਲ ਗਏ। ਕਾਂਗਰਸ ਨੂੰ ਇੱਥੇ ਵੋਟਾਂ ਪਾ ਕੇ ਜਿਤਾ ਆਉਂਦੇ ਨੇ। ਮੁੱਖ ਮੰਤਰੀ ਅੱਜ ਵੀ ਬਣਿਆ ਵਾ ਕਾਂਗਰਸ ਦਾ, 2002 ਚ ਵੀ ਬਣਿਆ, 1992 ਚ ਵੀ ਬਣਿਆ। ਕਿੱਥੇ ਗੱਲਾਂ ਕਰਦੇ ਆਪਾਂ ਲੋਕੀ? ਅਸੀਂ ਤਾਂ ਕੁਝ ਕੀਤਾ ਹੀ ਨਹੀਂ, ਇਹਨੇ ਤਾਂ ਬਹੁਤ ਕੁਝ ਕੀਤਾ। ਸਾਡੇ ਤਾਂ ਸਿਰ ਲਾਉਂਦੇ ਨੇ, ਅਸੀਂ ਤਾਂ ਸੋਚ ਵੀ ਨਹੀਂ ਸਕਦੇ ਬੇਅਦਬੀ ਕਰਨ ਬਾਰੇ। ਇਹਨੇ ਤਾਂ ਆਰਡਰਾਂ ਨਾ ਹੋਇਆ, ਇੰਦਰਾ ਗਾਂਧੀ ਨੇ ਹੁਕਮ ਦਿੱਤਾ, ਲਿਖਤੀ, ਫੌਜਾਂ ਚਾੜੀਆਂ ਨੇ। ਕਦੇ ਦੇਸ਼ ਦੇ ਵਿੱਚ ਫੌਜਾਂ ਚੜ੍ਹਦੀਆਂ ਹੁੰਦੀਆਂ ਦੇਸ਼ ਦੇ ਲੋਕਾਂ ਨੂੰ ਮਾਰ ਲਈ? ਇਹ ਤਾਂ ਢੋਲ ਵਜਾ ਕੇ ਆਏ ਸੀ, ਹੁਕਮ ਹੋਏ ਨੇ ਤਾਂ ਹੁਕਮ ਦਿੱਤੇ ਸੀ। ਅਸੀਂ ਤਾਂ ਕਿਤੇ ਸੱਤ ਤਾਂ ਕਿਤੇ ਅਸੀਂ ਮੰਨ ਲੈਂਦੇ ਹਾਂ ਕਿ ਸਾਨੂੰ ਲੱਭ ਗਏ ਵੀ, ਅਸੀਂ ਕੀ ਲੱਭਦੇ ਵੀ ਅਸੀਂ ਕੀ। 15 ਦਿਨ ਨਹੀਂ ਸਾਨੂੰ ਦਿੱਤੇ, ਇਹਨਾਂ ਨੇ ਤੂਫਾਨ ਠਾਤਾ ਸਾਰਿਆਂ ਨੇ। ਸਾਨੂੰ ਪੰਜਾਬ ਪੁਲਿਸ ਤੇ ਇਤਬਾਰ ਨਹੀਂ, ਅਸੀਂ ਨਹੀਂ ਪੰਜਾਬ ਪੁਲਿਸ ਤੇ ਇਤਬਾਰ ਕਰਦੇ। ਤੁਸੀਂ ਲੱਭਣਾ ਨਹੀਂ, ਸੀਬੀਆਈ ਨੂੰ ਦਿਓ। ਜਿੰਨੇ ਬਾਬੇ ਆ ਸਾਡੇ ਫਿਰਦੇ ਚੋਲੇ ਜੇ ਪਾਈ, ਸਾਰਿਆਂ ਨੇ ਇਹਨਾਂ ਨੇ ਕੀਤਾ, ਰੌਲਾ ਪਾਇਆ। ਉਵੇਂ ਕੈਪਟਨ ਸਾਹਿਬ ਨੇ, ਰਾਹੁਲ ਜੀ ਨੇ, ਵਿੱਚੇ ਆਪ ਵਾਲੇ ਸਾਰੇ ਇਕੱਠੇ ਹੋ ਗਏ ਸਾਡੇ ਖਿਲਾਫ ਵੀ ਸੀਬੀਆਈ ਨੂੰ ਦਿਓ ਜੀ। ਸਾਨੂੰ ਤਾਂ ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਸੀ ਜਾਂ ਅਸੀਂ ਚੋਰ ਸੀ? ਜੇ ਤਾਂ ਅਸੀਂ ਕਿਤੋਂ ਬੇਈਮਾਨ ਹੁੰਦੇ ਤਾਂ ਅਸੀਂ ਨਾ ਦਿੰਦੇ ਸੀਬੀਆਈ ਨੂੰ। ਅਸੀਂ ਆਖਿਆ ਸੱਚ ਨਿਕਲਣਾ ਚਾਹੀਦਾ, ਕੋਈ ਆ ਦੋਸ਼ੀ, ਸਾਨੂੰ ਕੀ, ਜਿਹੜਾ ਨਿਕਲਿਆ ਬੜੇ ਉਹ ਤੇ ਗੋਲੀ ਮਾਰੋ। ਅਸੀਂ ਸੀਬੀਆਈ ਨੂੰ ਦਿੱਤੀ, ਇਹਨਾਂ ਦੀ ਗੱਲ ਮੰਨ ਕੇ 15 ਦਿਨਾਂ ਬਾਅਦ ਹੀ। ਸਾਨੂੰ ਤਾਂ ਟਾਈਮ ਨਾ ਮਿਲਿਆ ਕੋਈ, ਜੇ ਸਾਨੂੰ ਸਾਲ ਰਹਿੰਦਾ ਅਸੀਂ ਕੱਢ ਲੈਂਦੇ। ਚਲੋ ਇਹਨਾਂ ਨੂੰ ਤਾਂ 4.5 ਸਾਲ ਹੋ ਗਏ ਨਾ, ਤੇ ਫਿਰ ਕੀ ਲੱਭਿਆ ਇਹਨਾਂ ਨੇ ਅੱਜ ਦੇ 4.5 ਸਾਲਾਂ ਸਿਆਸਤ ਤੋਂ ਸਵਾਏ ਸਿਆਸਤ ਤੋਂ ਕੀਤਾ ਕਿ ਰੋਜ਼ ਡਰਾਮਾ ਕਰ ਲੈਂਦੇ ਆ। ਪਹਿਲਾਂ ਡਰਾਮਾ ਕਰੀ ਕਿ ਜਦੋਂ ਵੋਟਾਂ ਆਉਂਦੀਆਂ ਉਦੋਂ ਡਰਾਮਾ ਕਰਦੇ ਆ। ਨਹੀਂ, ਹੁਣ ਫਿਰ ਵੋਟਾਂ 6 ਮਹੀਨੇ ਰਹਿ ਗਏ, ਹੁਣ ਫਿਰ ਤੇਜ਼ ਕਰਦੇ ਸ਼ਾਹ। ਵੱਡਾ ਇਲਜ਼ਾਮ ਇਹੀ ਲੱਗਦਾ ਕਿ ਹੋਮ ਮਿਨਿਸਟਰ ਦੇ ਇਸ਼ਾਰੇ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਸੀ। ਉਹਦਾ ਕੋਈ ਜਵਾਬ ਲੱਭਿਆ? ਇਹ ਮੈਂ ਦੱਸਦਾ ਸਾਰਾ ਕੁਝ। ਦੇਖੋ, ਕਈ ਗੱਲਾਂ ਦਾ ਨਾ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਅਸਲ ਕਾਨੂੰਨ ਕਿਵੇਂ ਚੱਲਦਾ ਜਾਂ ਸਰਕਾਰਾਂ ਕਿਵੇਂ ਚੱਲਦੀਆਂ ਨੇ। ਜਿਹੜਾ ਇਹ ਆ ਕੇ ਹੁਣੇ ਰੌਲਾ ਪਾਉਂਦੇ ਨੇ। ਹੁਣ ਇਹ ਤੁਸੀਂ ਵੇਖੋ ਕਿਵੇਂ ਬੋਲੀ ਜਾਂਦੇ ਨੇ। ਬਾਜਵਾ ਬੋਲਦਾ ਮਹੀਨੇ 'ਚ ਸਿੱਟ ਚਲਾ
ਚਲਾਨ ਪੇਸ਼ ਕਰੇ ਬਾਜਵੇ ਨੂੰ ਕਿ ਤੇਰੇ ਕੋਲੇ ਕੀ ਇਖਤਿਆਰ ਹੈ? ਇਹ ਤਾਂ ਹਾਈ ਕੋਰਟ ਨੇ ਫੈਸਲਾ ਕੀਤਾ, ਉਹਨਾਂ ਨੂੰ ਦਿੱਤਾ ਟਾਈਮ, ਸਿੱਟ ਨੇ ਆਪਦੀ ਮਰਜ਼ੀ ਨਾਲ ਕੰਮ ਕਰਨਾ, ਤੁਹਾਡੇ ਮਰਜ਼ੀ ਬਾਜਵੇ ਦੇ ਹੁਕਮ ਨਾਲ ਸਿੱਟ ਨੇ ਕੰਮ ਕਰਨਾ ਵੀ ਮਹੀਨੇ ਦੇ ਵਿੱਚ ਚਲਾਨ ਪੇਸ਼ ਕਰੇ। ਕੀ ਇਖਤਿਆਰ ਹੈ ਇਹਨਾਂ ਨੂੰ ਬੋਲਣ ਦਾ? ਇਹਦਾ ਮਤਲਬ ਨੀਤ ਇਹਨਾਂ ਦੀ ਵੇਖ ਲਓ ਕਿੱਡੀ ਬੇਈਮਾਨ ਹੈ। ਇਹ ਇਹਨਾਂ ਨੂੰ ਸਿੱਟ ਦੇ ਕੰਮ 'ਚ ਦਖਲ ਦੇਣ ਦਾ ਤਾਂ ਕਿਉਂਕਿ ਅਕਾਲੀ ਦਲ ਕਹਿੰਦਾ ਰਿਹਾ ਕਿ ਜਿਹੜੀਆਂ ਸਿੱਟਾਂ ਬਣਾਈਆਂ ਗਈਆਂ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਇਸ਼ਾਰੇ ਤੇ ਕੰਮ ਕਰ ਰਹੀਆਂ। ਹੁਣ ਜਿਸ ਤਰੀਕੇ ਨਾਲ ਬੀਐਸਪੀ ਦੇ ਨਾਲ ਗੱਠਜੋੜ ਹੋਇਆ ਅਕਾਲੀ ਦਲ ਦਾ, ਉਸ ਤੋਂ ਬਾਅਦ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦ ਲਿਆ ਜਾਂਦਾ ਵੀ ਪੇਸ਼ ਹੋਊ। ਉਹੀ ਮੈਂ ਗੱਲਾਂ ਕਹਿਣਾ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਸੀ ਹੋਮ ਮਿਨਿਸਟਰ ਵਾਲੀ ਗੱਲ, ਦੇਖੋ ਜਿੱਥੇ ਕਿਤੇ ਆਮ ਇਹ ਰੂਲ ਬਣਿਆ ਹੋਇਆ, ਹੁਣ ਦਾ ਨਹੀਂ ਪੁਰਾਣਾ ਹੀ ਸਾਰਾ ਸਿਸਟਮ ਬਣਿਆ ਹੋਇਆ ਇੱਕ, ਕਿ ਜਿੱਥੇ ਕਿਤੇ ਵੀ ਇਕੱਠ ਹੁੰਦਾ ਹੈ ਪਤਾ ਹੁੰਦਾ ਲੋਕਾਂ ਨੂੰ। ਇੱਕ ਤਾਂ ਅਚਨਚੇਤ ਇਕੱਠ ਹੁੰਦੇ ਆ ਜਿਵੇਂ ਬਹਿਬਲ ਹੋ ਗਿਆ ਸੀ, ਇੱਕ ਹੁੰਦੇ ਆ ਐਲਾਨ ਕਰਕੇ ਇਕੱਠ ਜਿਵੇਂ ਕੋਟਕਪੂਰੇ ਸੀਗਾ। ਉੱਥੇ ਗਵਰਨਮੈਂਟ ਦਾ ਇੱਕ ਸਿਸਟਮ ਬਣਿਆ ਵਾ, ਉਹ ਡੀਸੀ ਕੋਲੇ ਪਾਵਰਾਂ ਨੇ, ਕਿਸੇ ਕੋਲੇ ਪਾਵਰਾਂ ਨੇ, ਗਲਤ ਕਹਿੰਦਾ ਮੈਨੂੰ ਜਿੱਥੇ ਮਰਜ਼ੀ ਬਹਾ ਲਓ, ਜਿਹਦੇ ਨਾਲ ਮਰਜ਼ੀ ਬਹਾ ਲਓ, ਵਕੀਲਾਂ ਨਾਲ ਬਹਾ ਲਓ, ਜੱਜਾਂ ਨਾਲ ਬਹਾ ਲਓ, ਕਾਂਗਰਸ ਨਾਲ ਬਹਾ ਲਓ, ਮੈਨੂੰ ਜਿੱਥੇ ਜੀ ਕਰਦਾ ਬਹਾ ਲਿਓ। ਉੱਥੇ ਡੀਸੀ ਕੋਲੇ ਪਾਵਰ ਦਿੱਤੀ ਹੋਈ ਹੈ ਕਿ ਤੁਸੀਂ ਹਾਲਾਤ ਮੁਤਾਬਕ ਫੈਸਲਾ ਕਰਨਾ ਹੈ। ਉਹਨੂੰ ਡੀਸੀ ਇੱਕ ਡਿਊਟੀ ਮੈਜਿਸਟ੍ਰੇਟ ਨਿਯੁਕਤ ਕਰਦਾ ਪੁਲਿਸ ਦੇ ਨਾਲ, ਜਾਂ ਉਹ ਐਸਡੀਐਮ ਹੁੰਦਾ ਜਾਂ ਤਹਿਸੀਲਦਾਰ ਹੁੰਦਾ, ਦੋ ਹੀ ਅਫਸਰ ਹੁੰਦੇ ਨੇ, ਦੋਨਾਂ 'ਚ ਪਾਵਰਾਂ ਦੇ ਦਿੰਦੇ ਆ। ਪਾਵਰਾਂ ਉਹ ਡੀਸੀ ਦੀਆਂ ਵਰਤਦਾ। ਉੱਥੇ ਉਦੋਂ ਹੁੰਦਾ ਹੈ ਕਿ ਪਹਿਲਾਂ ਹਮੇਸ਼ਾ ਹੀ ਇਹ ਹੁੰਦਾ ਕਿ ਘੱਟ ਤੋਂ ਘੱਟ ਤਾਕਤ ਦੀ ਵਰਤੋਂ ਕਰਨੀ ਹੈ। ਲਾਠੀ ਚਾਰਜ ਕਰ ਲਓ, ਪਾਣੀ ਸਿੱਟ ਲਓ, ਫਿਰ ਅਥਰੂ ਗੈਸ ਛੱਡ ਲਓ, ਇਹ ਘੱਟ ਤੋਂ ਘੱਟ ਤਾਕਤ ਦੀ ਵਰਤੋਂ ਕਰਨੀ। ਉਹਦੇ 'ਚ ਲਿਖਿਆ ਸਾਰਾ ਕੁਝ। ਗੋਲੀ ਤਾਂ ਅਣਸਰਦੇ ਨੂੰ ਚਲਾਈ ਜਾਂਦੀ ਹੈ ਜਦੋਂ ਜਮਾ ਹੀ ਨਾ ਸਰੇ, ਗੋਲੀ ਤਾਂ ਉਦੋਂ ਚਲਾਉਂਦੇ ਨੇ। ਉਹ ਵੀ ਡਿਊਟੀ ਮੈਜਿਸਟ੍ਰੇਟ ਹੀ ਹੁਕਮ ਦਿੰਦਾ ਕਿ ਤੋਂ ਹੁਕਮ ਨਹੀਂ ਲੈਣੇ ਹੁੰਦੇ ਕਦੇ ਵੀ। ਤੁਸੀਂ ਕਿਤੇ ਕਢਾ ਲਓ, ਸਾਰੀਆਂ ਕਾਲਾਂ ਕਢਾ ਲਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ, ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਉਦੋਂ ਇੱਥੇ ਹੈ ਹੀ ਨਹੀਂ ਸੀ, ਬਾਦਲ ਸਾਹਿਬ ਦੀਆਂ ਕਢਾ ਲਓ, ਡੀਜੀਪੀ ਦੀਆਂ ਕਢਾ ਲਓ। ਮੈਂ ਕਹਿੰਦਾ ਜੇ ਕਿਤੇ ਇਹ ਹੁਕਮ ਦਿੱਤਾ ਹੋਵੇ ਗੋਲੀ ਚਲਾ ਦਿਓ, ਮੈਨੂੰ ਗੋਲੀ ਮਾਰ ਦਿਓ ਯਾਰ ਚੌਕ 'ਚ ਖੜਾ ਕੇ, ਤੇ ਨਹੀਂ ਫਿਰ ਇਹ ਮਾਫੀ ਮੰਗਣ ਜਾ ਕੇ ਵੀ ਝੂਠ। ਫਿਰ ਇਹਦੇ ਮਤਲਬ ਮੌਕੇ ਦੇ ਹਾਲਾਤਾਂ ਤੇ ਜਿਹੜੇ ਮੌਕੇ ਤੇ ਅਧਿਕਾਰੀ ਲੱਗੇ ਹੋਏ ਸੀ ਉਹਨਾਂ ਦੀ ਜਿਵੇਂ ਤੇ ਫਿਰ ਉਹਨਾਂ ਨੂੰ ਸਜ਼ਾ ਦੇ ਨਹੀਂ ਸਕਦੇ ਸੀ ਉਸ ਵਕਤ? ਤੁਹਾਡੇ ਕੋਲ ਕੋਟਕਪੂਰੇ ਤਾਂ ਕੁਝ ਨਹੀਂ ਸੀ ਹੋਇਆ। ਕੋਟਕਪੂਰੇ ਤਾਂ ਲਾਠੀ ਚਾਰਜ ਹੋਇਆ ਸੀ, ਕੁਝ ਪੁਲਿਸ ਵਾਲੇ ਵੀ ਫੱਟੜ ਹੋਏ ਸੀ, ਕੁਝ ਦੂਜੇ ਵੀ ਹੋਏ ਸੀ। ਉੱਥੇ ਤਾਂ ਬੰਦਾ ਤਾਂ ਮਰਿਆ ਨਹੀਂ ਸੀ ਕੋਟਕਪੂਰੇ। ਬਹਿਬਲ ਕਲਾਂ ਅਗਲੇ ਦਿਨ ਦੀ ਗੱਲ ਹੈ, ਉਦੋਂ ਦੀ ਨਹੀਂ ਗੱਲ। ਬਹਿਬਲ ਕਲਾਂ ਜਿਹੜਾ ਮੇਰੇ ਪਿੰਡ ਦੇ ਨਾਲ ਹੀ ਹੈ, ਸਾਰਾ 10-12 ਕਿਲੋਮੀਟਰ ਹੀ ਹੈ, ਉਹ ਹੋਇਆ ਸੀ ਅਚਨਚੇਤ। ਅਜੇ ਤੁਰਤੀ ਉੱਥੇ ਕੋਈ ਬੰਦਾ ਨਾ, ਕਿਸੇ ਨੂੰ ਹੁਕਮ ਸੀ ਨਾ ਪਤਾ ਸੀ, ਨਾ ਉੱਥੇ ਕੋਈ ਡਿਊਟੀ ਮੈਜਿਸਟ੍ਰੇਟ। ਵੈਸੇ ਤੁਹਾਨੂੰ ਲੱਗਦਾ ਕਿ ਗੋਲੀ ਚਲਾਉਣ ਤੱਕ ਦੀ ਨੌਬਤ ਆ ਰਹੀ ਸੀ ਉੱਥੇ, ਜਾਂ ਉੱਥੇ ਅਥਰੂ ਗੈਸ ਦੇ ਗੋਲੇ ਜਾਂ ਡਾਂਗਾ ਦੇ ਨਾਲ ਸੜ ਸਕਦਾ ਸੀਗਾ ਸਾਰਾ ਕੁਝ? ਹੁਣ ਚੱਲਦੀ ਹੈ ਇਨਕੁਆਰੀ। ਇੱਥੇ ਤਾਂ ਮੈਂ ਟੀਵੀ ਤੇ ਕੁਝ ਨਹੀਂ ਕਹਿਣਾ ਕਿਉਂਕਿ ਇਨਕੁਆਰੀ ਚੱਲਦੀ ਹੈ। ਮੈਂ ਕੋਈ ਕਿਹਾ ਤੇ ਗੱਲ ਉਲਟ ਜਾਵੜਦੀ ਹੁੰਦੀ ਹੈ ਇਨਕੁਆਰੀ ਦੇ ਵਿੱਚ। ਕਈ ਵਾਰੀ ਤੁਸੀਂ ਇਕੱਲੇ ਪੁੱਛੋਗੇ ਮੈਂ ਤੁਹਾਨੂੰ ਸਾਰੀ ਦੱਸ ਦੂੰਗਾ, ਮੈਨੂੰ ਭੋਰਾ ਗੱਲ ਦਾ ਪਤਾ ਹੈ। ਸਾਡੇ ਪਿੰਡ ਦੇ ਬੰਦੇ ਵਿੱਚ ਸੀ ਉੱਥੇ, ਉਸ ਇਕੱਠ ਦੇ ਮੇਰੇ ਪਿੰਡ ਦੇ ਬੰਦੇ ਵਿੱਚ ਸੀ। ਮੈਨੂੰ ਸਾਰੀ ਕਹਾਣੀ ਉਹਨਾਂ ਨੇ ਉਦੋਂ ਹੀ ਦੱਸਦੀ ਸੀ ਆ ਕੇ, ਪਰ ਮੈਂ ਟੀਵੀ ਤੇ ਕੁਝ ਨਹੀਂ ਬੋਲਣ ਨੂੰ ਤਿਆਰ ਇਸ ਮਾਮਲੇ ਤੇ, ਕਿਉਂਕਿ ਇਨਕੁਆਰੀ ਚੱਲਦੀ ਹੈ। ਇਨਕੁਆਰੀ ਨੂੰ ਚੱਲਣ ਦਿਓ, ਨਿਰਪੱਖ ਨਾ ਹੋਣ ਦਿਓ, ਆਪਾਂ ਨੂੰ ਕੋਈ ਮਰਜ਼ੀ। ਮਲੂਕਾ ਸਾਹਿਬ, ਕਿਉਂਕਿ ਬੜਾ ਸੈਂਸਿਟਿਵ ਮਸਲਾ ਹੈ ਤੇ ਹੀ ਤੁਹਾਡੀ ਹਾਰ ਦਾ ਕਾਰਨ 2017 ਦੇ ਵਿੱਚ ਇਹ ਬਣਿਆ। ਹੁਣ 2022 ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਉਸੇ ਚੀਜ਼ ਨੂੰ ਆਧਾਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜਦੋਂ ਅਸੀਂ ਕਰੋਨਾ ਦੀ ਗੱਲ ਕਰਦੇ ਹਾਂ, ਕਰੋਨਾ ਇੱਕਦਮ ਖਤਮ ਹੁੰਦਾ, ਉਸ ਤੋਂ ਬਾਅਦ ਜੇ ਸੁਨੀਲ ਜਾਖੜ ਆਉਂਦੇ ਨੇ ਨਾਲ, ਸੁਖਜਿੰਦਰ ਸਿੰਘ ਰੰਧਾਵਾ ਆਉਂਦੇ ਨੇ ਨਾਲ, 3-4 ਹੋਰ ਆਗੂ ਆਉਂਦੇ ਨੇ, ਤਾਂ ਇਸੇ ਮਸਲੇ ਤੇ ਪ੍ਰੈਸ ਕਾਨਫਰੰਸ ਕਰਦੇ ਨੇ ਆਣ ਕੇ ਕਿ ਬੇਅਦਬੀ ਦੇ ਮਸਲੇ ਤੇ ਅਕਾਲੀ ਦਲ ਨੂੰ ਸਜ਼ਾ ਦਿਵਾਵਾਂਗੇ ਜੋ ਵੀ, ਕਿਉਂਕਿ ਦੋਸ਼ੀ ਉਹ ਸੀਗੇ। ਲੱਗਦਾ ਕਿ ਫੇਰ ਉਹੀ ਗਰਾਊਂਡ ਸੈੱਟ ਕੀਤਾ ਜਾ ਰਿਹਾ। ਮੈਂ ਉਹੀ ਗੱਲ ਤਾਂ ਮੈਂ ਉਲਟਾ ਸਵਾਲ ਕਰਦਾ, ਤੁਸੀਂ ਉਹਨਾਂ ਨੂੰ ਪੁੱਛਿਆ ਕਰੋ ਵੀ ਅਕਾਲ ਤਖਤ ਸਾਹਿਬ ਦਾ ਢਾਉਣਾ ਤੋਪਾਂ ਟੈਂਕਾਂ ਨਾਲ, ਫੌਜ ਨੇ ਚੜ੍ਹ ਕੇ ਉਹਨਾਂ ਦੇ ਸੂਬੇ ਦੇ ਲੋਕਾਂ ਦੇ ਉੱਤੇ, ਦੇਸ਼ ਦੇ ਲੋਕਾਂ ਦੇ ਉੱਤੇ। ਹਰਮੰਦਰ ਸਾਹਿਬ ਗ੍ਰੰਥੀ ਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਤੇ ਗੋਲੀ ਵੱਜਣੀ, ਮਰ ਜਾਣਾ ਉਹਨੇ ਉੱਥੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਹਲੇ ਵੀ ਹੈਗੀ ਆਪਣੇ ਕੋਲੇ, ਗੋਲੀ ਜਿਹੜੀ ਵੱਜੀ ਹੈ ਜ਼ਖਮੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈਗੇ ਆ। 700-800 ਗੁਰੂ ਗ੍ਰੰਥ ਸਾਹਿਬ ਤੋਪਾਂ ਨਾਲ ਸਾੜਤਾ ਇਹਨਾਂ ਨੇ, ਮਾਰ ਤੋਪਾਂ ਉੱਥੇ ਅੱਗ ਲਾ ਕੇ ਸਾੜਤਾ। ਲਹੂ ਲਹਾਨ ਸਾਰੀ ਪ੍ਰਕਿਰਮਾ ਕਰਤੀ। ਹਜ਼ਾਰਾਂ ਬੇਦੋਸ਼ੇ ਲੋਕ ਜਿਹੜੇ ਉਹਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਨ ਸੀ, ਉਹਦੇ ਮੱਥਾ ਟੇਕਣ ਗਏ, ਉਹ ਦਿਨ ਚੁਣਿਆ ਇਹਨਾਂ ਨੇ। ਕਿੱਡਾ ਪਾਪ ਕੀਤਾ। ਫਿਰ ਦਿੱਲੀ ਜੋ ਕੁਝ ਹੋਇਆ, ਮੈਂ ਨਹੀਂ ਕਹਿੰਦਾ ਕਿ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲਾ ਵੀ ਉਹ ਵੱਖਰੇ ਏਜੰਡੇ ਨੇ। ਕਤਲ ਕੋਈ ਵੀ ਕਰਦਾ ਉਹਨੂੰ ਸਜ਼ਾ ਉਸ ਲੁੱਟ ਮਿਲ ਜਾਂਦੀ ਹੈ। ਜੇ 2 ਬੰਦਿਆਂ ਨੇ ਜਾਂ 3 ਬੰਦਿਆਂ ਨੇ ਇੰਦਰਾ ਗਾਂਧੀ ਨੂੰ ਮਾਰਿਆ, ਤੁਸੀਂ ਫਾਂਸੀ ਦੇਤੇ, ਤੇ ਬਾਕੀ ਲੋਕਾਂ ਦਾ ਕੀ ਕਸੂਰ ਸੀ? ਜਿਹੜੇ ਸਿੱਖ ਤੁਸੀਂ ਸੜਕਾਂ ਤੇ ਢੋਲ ਵਜਾ ਅੱਗ ਲਾ ਸਾੜੇ ਕਾਂਗਰਸੀ ਕਿਵੇਂ ਬੋਲਣ ਨੂੰ ਪੈਂਦੇ ਆ? ਜੋ ਪਾਪ ਕਾਂਗਰਸ ਨੇ ਕੀਤਾ, ਕੋਈ ਹੋਰ ਮੁਲਕ ਹੁੰਦਾ ਕਾਂਗਰਸ ਨੂੰ ਮੂੰਹ ਕਾਲਾ ਕਰਕੇ ਦੇਸ਼ ਚੋਂ ਕੱਢ ਦਿੰਦੇ ਲੋਕ। ਜੇ ਕੋਈ ਹੋਰ ਮੁਲਕ ਹੁੰਦਾ, ਇਹ ਤਾਂ ਸਾਡੇ ਮੁਲਕ ਦੇ ਲੋਕ ਆ ਜਿਹੜੇ ਇਹਨਾਂ ਨੂੰ ਐਡੇ ਪਾਪ ਕਰਨ ਵਾਲਿਆਂ ਨੂੰ ਫਿਰ ਬਰਦਾਸ਼ਤ ਕਰੀ ਬੈਠੇ। ਅਕਾਲੀ ਦਲ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਕਹਿੰਦਾ ਰਿਹਾ ਤੇ ਹੁਣ ਵੀ ਇਹ ਕਹਿ ਰਿਹਾ, ਬਾਰ-ਬਾਰ ਇਹ ਸਟੇਟਮੈਂਟ ਦੇ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਮਸਲੇ ਦਾ ਹੱਲ ਹੋਣਾ ਚਾਹੀਦਾ। ਪਰ ਜਿੱਦਣ ਹੁਣ ਜੂਨ 84 ਦਾ ਮਹੀਨਾ ਸ਼ੁਰੂ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਉਹੀ ਬੀੜ ਦਿਖਾਈ ਗਈ ਜਿਸ ਦੇ ਵਿੱਚ ਗੋਲੀ ਲੱਗੀ। ਤਾਂ ਵਿਰੋਧੀ ਸਾਫ਼ ਤੌਰ ਤੇ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੱਜ ਦਿਖਾਈ ਗਈ ਬੜੇ ਲੰਮੇ ਅਰਸੇ ਦੇ ਬਾਅਦ। ਤਾਂ ਕਿਤੇ ਨਾ ਕਿਤੇ ਅਕਾਲੀ ਦਲ ਸਿਆਸਤ ਕਰ ਰਿਹਾ ਇਸ ਵੇਲੇ, ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਕਰ ਰਿਹਾ। ਵੇਖੋ ਨਾ, ਸਾਨੂੰ ਅਸੀਂ ਪਹਿਲਾਂ ਵੀ ਦਿਖਾ ਸਕਦੇ ਸੀ, ਅਸੀਂ 2017 'ਚ ਵੀ ਦਿਖਾ ਸਕਦੇ ਸੀ। ਸੰਗਤਾਂ ਦੀ ਮੰਗ ਹੀ ਸੀ। ਜਿਹੜੀ ਸੰਗਤ ਨੌਜਵਾਨ ਪੀੜ੍ਹੀ ਹੈ, ਉਹਨੇ ਵੇਖਿਆ ਨਹੀਂ ਸੀ, ਨਾ ਉਹਨੇ ਆਪਰੇਸ਼ਨ ਵੀਡੀਓ ਸਟਾਰ ਵੇਖਿਆ, ਨਾ ਉਹਨੇ, ਕਿਉਂਕਿ ਜਿਹੜੀ ਨਵੀਂ ਪੀੜ੍ਹੀ ਉਸ ਵੇਲੇ ਜੰਮੀ ਪੈਦਾ ਹੋਈ, ਅੱਜ 34-35 ਸਾਲ ਹੋ ਗਏ ਉਸ ਗੱਲ ਨੂੰ। ਜਿਹੜੀ ਉਹਦੇ ਪੀੜ੍ਹੀ ਪੈਦਾ ਹੋਈ ਉਹ ਅੱਜ 34 ਸਾਲ ਦੀ ਹੋ ਗਈ, ਉਹਨੇ ਤਾਂ ਕੁਝ ਨਹੀਂ ਵੇਖਿਆ।
ਬਲਕਿ ਜਿਹੜੇ ਉਦੋਂ 10-15 ਸਾਲ ਦੇ ਸੀ ਉਹਨਾਂ ਨੂੰ ਵੀ ਸਮਝ ਨਹੀਂ ਸੀਗੇ, 50 ਸਾਲ ਦੇ ਹੋ ਗਏ। ਉਹ ਬੰਦੇ ਕਹਿੰਦੇ ਵੀ ਅਸੀਂ ਤਾਂ ਵੇਖਿਆ ਹੀ ਕੁਝ ਨਹੀਂ ਹੈਗਾ, ਤੁਸੀਂ ਸਾਨੂੰ ਵਿਖਾਓ ਸਾਰਾ, ਸਾਨੂੰ ਪਤਾ ਲੱਗੇ ਸਾਡੇ ਨਾਲ ਹੋਇਆ ਕੀ ਹੈ, ਸਾਡੇ ਬਜ਼ੁਰਗਾਂ ਨਾਲ ਕੀ ਹੋਇਆ। ਅਸੀਂ ਕੋਈ ਉਹ ਨਹੀਂ ਕੀਤੀ ਰਾਜਨੀਤੀ ਵਾਲੀ। ਇਹਦੇ 'ਚ ਕੀ ਰਾਜਨੀਤੀ ਹੈ? ਨਹੀਂ, ਤੁਸੀਂ ਮੇਰੀ ਗੱਲ ਸੁਣੋ, ਇਹ ਕੀ ਰਾਜਨੀਤੀ ਹੈ? ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਨੇ ਗੋਲੀਆਂ ਮਾਰੀਆਂ ਨੇ। ਰਾਜਨੀਤੀ ਜਿੱਤੇ ਕੋਈ ਅਸੀਂ ਕੋਲੋਂ ਕਰਦੇ ਹੋਈਏ ਫੇਰ ਹੈ, ਜਿਹੜੀ ਪ੍ਰਤੱਖ ਚੀਜ਼ ਹੈ ਉਹ ਕਾਹਦੀ ਸਾਡੀ ਰਾਜਨੀਤੀ ਉਹਦੇ ਵਿੱਚ? ਇਹ ਪ੍ਰਤੱਖ ਚੀਜ਼ ਵੀ ਦਿਖਾਉਣ ਤੋਂ ਕਹਿੰਦੇ ਕਿਉਂ ਦਿਖਾਉਣਾ, ਕਿਉਂ ਨਹੀਂ ਦਿਖਾਓ? ਫਿਰ ਤਾਂ ਅਸੀਂ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਭੁੱਲ ਜੀਏ, ਫਿਰ ਤਾਂ ਅਸੀਂ ਮੱਸੇ ਰੰਗੜ ਨੂੰ ਵੀ ਭੁੱਲ ਜੀਏ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਕੀਤਾ। ਇਹ ਕਾਂਗਰਸੀ ਕਹਿੰਦੇ ਅਸੀਂ ਜ਼ੁਲਮ ਵੀ ਕਰਤਾ, ਅਸੀਂ ਤੁਸੀਂ ਬੋਲੋ ਵੀ ਨਾ, ਤੁਸੀਂ ਰੌਲਾ ਵੀ ਨਾ ਪਾਓ, ਤੁਸੀਂ ਲੋਕਾਂ ਨੂੰ ਦੱਸੋ ਵੀ ਨਾ ਵੀ ਕਾਂਗਰਸ ਨੇ ਆਹ ਜ਼ੁਲਮ ਕੀਤਾ ਸੀ। ਕਿਉਂ? ਹਿਸਟਰੀ ਨੂੰ ਕੋਈ ਲੁਕੋ ਦੂਗਾ? ਨਾ ਅਸੀਂ ਲੁਕੋ ਸਕਦੇ ਨਾ ਕਾਂਗਰਸ ਲੁਕੋ ਸਕਦੀ ਹੈ। ਹਿਸਟਰੀ ਨੇ ਤਾਂ ਚੱਲਣਾ ਆਪਣੇ ਆਪ ਦੇ ਵਿੱਚ। ਜਿਸ ਤਰੀਕੇ ਨਾਲ ਹੁਣ ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਬਲ ਮਿਲਿਆ ਹੈਗਾ, ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ CPI CPM ਦੇ ਨਾਲ ਵੀ ਕਿਤੇ ਨਾ ਕਿਤੇ ਆਪਣੀਆਂ ਜਿਹੜੇ ਰਾਬਤੇ ਆ ਉਹ ਸਹੀ ਕਰਨ ਦੀ ਕੋਸ਼ਿਸ਼ ਕਰਕੇ ਗੱਠਜੋੜ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕਿੰਨੀਆਂ ਸੀਟਾਂ ਤੇ ਆਧਾਰ ਲੱਗਦਾ ਕਿ ਇੰਨੀਆਂ ਸੀਟਾਂ ਅਸੀਂ ਹਾਸਲ ਕਰ ਲਵਾਂਗੇ? ਵੇਖੋ, ਜੋ ਹਵਾ ਚੱਲਦੀ ਹੈ ਇਸ ਵੇਲੇ ਥੱਲੇ, ਜਿਵੇਂ ਉਤਸ਼ਾਹ ਵਰਕ ਹੁੰਦਾ ਕੀ ਹੈ, ਕਈ ਵਾਰੀ ਜਦੋਂ ਪਤਾ ਲੱਗ ਜਾਏ, ਜਿਵੇਂ 17 ਹੋਇਆ ਸੀ, 17 'ਚ ਅਸੀਂ ਉਹ ਨਹੀਂ ਹਾਰੇ ਵੀ ਉਹ ਹੀ ਹਾਰ ਗਏ ਸੀ, ਬੇਅਦਬੀ ਵੀ ਹੋਈ, ਠੀਕ ਹੈ, ਸਾਰਾ ਕੁਝ। ਵੋਟ ਤਾਂ ਸਾਨੂੰ ਫਿਰ ਵੀ 31% ਪੈ ਗਈ ਸੀ, ਕਾਂਗਰਸ ਨੂੰ ਸਾਰੀ 37 ਪਈ ਸੀਗੀ, ਸਾਨੂੰ 31 ਪੈ ਗਈ ਸੀ। 25.1 5 ਪੁਆਇੰਟ ਨਾਲ BJP ਦੀ 31 ਟੋਟਲ ਦੋਨਾਂ ਦੀ ਰਲ ਕੇ ਇਕੱਠੇ ਸੀ ਨਾ, ਰਲੀਆਂ ਤੇ ਚੋਣਾਂ ਇਕੱਠੇ ਲੜ ਕੇ 31 ਪੈ ਗਈ। 19 ਜਾ ਕੇ ਸਾਨੂੰ ਪਾਰਲੀਮੈਂਟ ਦੇ ਵਿੱਚ ਸਾਨੂੰ 38 ਪੈ ਗਈ, ਕਾਂਗਰਸ ਨੂੰ 40 ਪਈ, ਬਰਾਬਰ ਜਾਵੜੇ ਸੀ ਅਸੀਂ ਜਾ ਕੇ। ਵੋਟ ਤਾਂ ਅਸੀਂ 38 ਲੈ ਗਏ, ਬਹੁਤ ਆ, 38% ਰਾਜ ਭਾਗ ਬਣ ਜਾਂਦਾ 38% ਨਾਲ। ਸੋ ਉਹ ਨਹੀਂ ਹੁੰਦੀਆਂ ਗੱਲਾਂ। ਸਾਡਾ ਵਰਕਰ 17 ਦੇ ਵਿੱਚ ਮਜੂਸ ਹੋ ਗਿਆ ਸੀ, ਕੁਝ ਸਾਡੀਆਂ ਕੰਮਾਂ ਪਿੱਛੇ ਕੋਈ ਹੋਰ ਕਈ ਗੱਲਾਂ ਨੇ, ਉਹ ਮੈਂ ਉਹਦੇ 'ਚ ਨਹੀਂ ਪੈਂਦਾ। ਉਸ ਵੇਲੇ ਵਰਕਰ ਨੂੰ ਜਿੰਨਾ ਕੰਮ ਕਰਨਾ ਚਾਹੀਦਾ ਸੀ ਉਹਨੇ ਕਰਿਆ ਨਹੀਂ। ਇੱਕ ਉਹਦੇ ਮਨ ਦੇ ਵਿੱਚ ਆ ਗਿਆ ਕਿ ਸਾਡੀ ਸਰਕਾਰ ਨਹੀਂ ਬਣਦੀ, ਕਿਉਂ ਔਖੇ ਹੋਣਾ, ਸਰਕਾਰ ਤਾਂ ਬਣਦੀ ਨਹੀਂ। 20 ਸੀਟਾਂ ਅਸੀਂ 1000 ਤੋਂ ਘੱਟ ਵੋਟਾਂ ਨਾਲ ਹਾਰ ਗਏ ਸੀ। ਜੋ 20 ਆਉਂਦੀਆਂ ਸਾਡੀਆਂ 38 ਹੋ ਜਾਂਦੀਆਂ, ਬਹੁਤ ਵੱਡੀ ਪੋਜੀਸ਼ਨ ਸੀ। ਹਾਂ, ਜੇ ਸਾਡੇ ਤੇ ਦੋਸ਼ ਲਾਉਂਦੇ ਤੀਜਾ ਫਲਾਨਾ, ਉਹ ਨਹੀਂ ਸੀ ਲੱਗਦਾ। ਫਿਰ ਹੁਣ ਜਿਹੜਾ ਵਰਕਰ ਉਤਸ਼ਾਹ 'ਚ ਆ ਗਿਆ। ਇੱਕ ਤਾਂ ਇਹ ਕਿ ਸਾਡੇ ਵਰਕਰ ਨੂੰ ਤੰਗ ਬਹੁਤ ਕੀਤਾ ਕਾਂਗਰਸ ਨੇ, ਇੰਨੇ ਝੂਠੇ ਪਰਚੇ, ਕੁੱਟਮਾਰ ਇੰਨਾ ਕੀਤਾ ਹੈਗਾ ਵੀ ਵਰਕਰ ਖੜੇ ਹੋ ਗਏ ਕੰਡੇ। ਮੈਂ ਕੱਲ ਵੀ ਮੀਟਿੰਗ ਕੀਤੀ, ਅੱਜ ਵੀ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ, ਵਰਕਰ ਹੁਣ ਜੋਸ਼ 'ਚ ਆ ਗਏ। ਜਦੋਂ ਵਰਕਰ ਜੋਸ਼ 'ਚ ਆ ਜੇ ਨਾ, ਉਦੋਂ ਫਰਜ਼ ਕਰਕੇ ਜਦੋਂ ਵਰਕਰ ਮਜੂਸ ਹੋ ਜਾਂਦਾ, ਜਿਵੇਂ 17 'ਚ ਮੈਂ ਤੁਹਾਨੂੰ ਕਿਹਾ, ਉਹ ਆਪਦੀਆਂ ਵੋਟਾਂ ਪਾਇਆ ਇਹ ਕਰੀਆਂ, ਜ਼ੋਰ ਨਹੀਂ ਲਾਇਆ ਉਹਨਾਂ ਨੇ। ਜਿਹੜੇ ਪਿੰਡ 'ਚੋਂ ਵੋਟ ਸਾਡੀ ਫਰਜ਼ ਕਰੋ ਵੀ 80-90% ਪੋਲ ਹੁੰਦੀ ਹੈ, ਉੱਥੇ 50% ਰਹੇਗੀ, ਸਾਡੀ ਰਹੇਗੀ। ਕਿਉਂਕਿ ਪੰਜਾਬ ਅਕਾਲੀ ਦਲ ਖੇਤਰੀ ਪਾਰਟੀ, ਲੋਕਾਂ ਦਾ ਬੜਾ ਇਹਦੇ ਨਾਲ ਲਗਾਵ ਉਸ ਤਰੀਕੇ ਨਾਲ ਹੈਗਾ, ਪਰ ਕਿਤੇ ਨਾ ਕਿਤੇ ਮਾਇੂਸੀ ਤਾਂ ਸੀ, ਕਿਉਂਕਿ ਲੋਕਾਂ ਦੇ ਵਿੱਚ ਇਹ ਚੀਜ਼ ਤਾਂ ਪੱਕੀ ਸੀਗੀ ਵੀ ਹਾਂ 2017 ਦੇ ਵਿੱਚ ਜਿਹੜੀਆਂ ਉਹ ਬੇਅਦਬੀ ਹੋਈ ਆ, ਉਹਦਾ ਇੰਪੈਕਟ ਰਿਹਾ। ਸਾਡੇ ਜਿਹੜੇ ਬਜ਼ੁਰਗ ਸੀਗੇ ਵਿਚਾਰੇ, ਉਹਨਾਂ ਨੂੰ ਜਚ ਵੀ ਗਈ ਸੀ ਵੀ ਸ਼ਾਇਦ ਕਿਤੇ ਅਕਾਲੀਆਂ ਦੀ ਕੋਈ ਗਲਤੀ ਨਾ ਹੋਵੇ। ਹੁਣ ਉਹ ਗੱਲਾਂ ਸਾਰੀਆਂ ਨਿਕਲ ਗਈਆਂ ਵੀ ਝੂਠ ਸੀ, ਸਾਰਾ ਬਦਨਾਮੀ ਕੀਤੀ ਸੀ ਅਕਾਲੀ ਦਲ ਦੀ, ਹੋਰ ਕੋਈ ਗੱਲ ਨਹੀਂ ਸੀਗੀ। ਇਸ ਵੇਲੇ ਵਰਕਰ ਸਾਡਾ ਬਹੁਤ ਕਾਇਮ ਹੈ। ਇੱਕ ਹੁਣ ਜਿਹੜਾ ਬਹੁਜਨ ਨਾਲ ਸਮਝੌਤਾ ਹੋ ਗਿਆ, ਵਰਕਰ ਹੋਰ ਕਾਇਮ ਹੋ ਗਿਆ, ਪਿੰਡਾਂ ਦੇ ਵਿੱਚ ਬਹੁਤ ਕਾਇਮ ਹੋ ਗਿਆ। ਤੁਸੀਂ ਵੇਖੋਗੇ ਰਿਜ਼ਲਟ ਆ ਜਿਹੜੇ ਉਹ ਹੈਰਾਨੀਜਨਕ ਹੋਣਗੇ। ਤੁਸੀਂ ਵੇਖੋ, ਕੋਈ ਅੰਦਾਜ਼ਾ ਸੀਟਾਂ ਦਾ ਕੋਈ 80 ਲੈ ਜਾਊ, 60 ਲੈ ਜਾਊ ਕੋਈ? ਮੈਂ ਗਰੰਟੀ ਨਾਲ ਕਹਿਣਾ ਕਿ ਸਾਰਾ ਠੀਕ ਠਾਕ ਚੱਲਦਾ ਰਿਹਾ, ਵਾਹਿਗੁਰੂ ਨੇ ਕਿਰਪਾ ਕੀਤੀ, ਜਿਵੇਂ ਹੁਣ ਚੱਲਿਆ ਇਵੇਂ ਚੱਲਦਾ ਰਿਹਾ। ਜੇ ਤਾਂ ਸਾਡਾ ਜਿਹੜਾ ਕਿ ਮੈਨੂੰ ਲੱਗਦਾ ਹੋ ਜਾਏਗਾ, ਕਿਉਂਕਿ ਸਾਡਾ ਕਾਫੀ ਚੰਗੀ ਸਟੇਜ ਤੇ ਹੈ, ਵਧੀਆ ਸਟੇਜ ਤੇ ਗੱਲਬਾਤ ਕਮਿਊਨਿਸਟ ਪਾਰਟੀਆਂ ਨਾਲ ਵੀ, ਜੇ ਤਾਂ ਉਹ ਵੀ ਸਿਰੇ ਚੜ ਗਿਆ ਫਿਰ ਤਾਂ 90+ ਵਾਲੀ ਗੱਲ ਹੈ। ਤੇ ਨਹੀਂ, ਹੁਣ ਵੀ 75-80+ ਤਾਂ ਹੁਣ ਵੀ ਅਸੀਂ ਜਾਵਾਂਗੇ ਜੀ। ਜਾਨੀ ਕਿ ਰਿਜ਼ਲਟ 22 'ਚ ਆਪਾਂ ਕਲੀਅਰ ਕੱਟ ਸਰਕਾਰ 22 'ਚ ਆਪਾਂ ਫੇਰ ਮਿਲਾਂਗੇ, ਉਸ ਤੋਂ ਬਾਅਦ ਜ਼ਰੂਰ ਮਿਲਾਂਗੇ। ਮੈਂ ਆਪ ਆਉਂਗਾ ਇੱਥੇ, ਤੁਹਾਨੂੰ ਦੱਸਾਂਗੇ ਰਿਜ਼ਲਟ। 75 ਤੋਂ ਸੀਟਾਂ ਸਾਡੀਆਂ ਘੱਟ ਨਹੀਂ ਰਹਿੰਦੀਆਂ ਇਸ ਸਮਝੌਤੇ ਦੇ ਤਹਿਤ। ਪਰ ਨਾਲ ਇੱਕ ਹੁਣ ਸਵਾਲ ਵੀ ਖੜੇ ਹੋਣੇ ਸ਼ੁਰੂ ਹੋ ਗਏ। ਰਵਨੀਤ ਬਿੱਟੂ ਕਹਿੰਦੇ ਕਿ ਜਿਹੜੀਆਂ ਸਾਰੀਆਂ ਜਿਹੜੀਆਂ ਧਾਰਮਿਕ ਸੀਟਾਂ ਨੇ, ਅਨੰਦਪੁਰ ਸਾਹਿਬ ਵਾਲੀ, ਖਡੂਰ ਸਾਹਿਬ ਵਾਲੀ, ਉਹ BSP ਨੂੰ ਦੇਤੀ। ਇਹ ਤੁਹਾਨੂੰ ਲੱਗਦਾ ਕਿ ਇਦਾਂ ਦੇ ਸਵਾਲ ਮੌਕੇ ਤੇ ਬਣਦੇ ਆ ਇਸ ਵੇਲੇ? ਪੰਜਾਬ ਦੀ ਕੋਈ ਇਹੋ ਜਿਹੀ ਜਗ੍ਹਾ ਹੈਗੀ ਜਿਹੜੀ ਧਰਮ ਜਾਂ ਪਵਿੱਤਰ ਨਹੀਂ, ਜੇ ਧਾਰਮਿਕ ਨਹੀਂ? ਪਵਿੱਤਰ ਸੀਟਾਂ ਦੀ ਗੱਲ ਕੀਤੀ, ਕਹਿੰਦੇ ਪਵਿੱਤਰ ਸੀਟਾਂ ਦਿੱਤੀਆਂ ਅਕਾਲੀ ਦਲ ਨੇ। ਇਹਨਾਂ ਨੇ ਕਿਹੜਾ ਪੈਮਾਨਾ ਅਪਣਾ ਲਿਆ ਵੀ ਜਿਹੜੇ ਫਲਾਨਾ ਪਵਿੱਤਰ ਹੈ, ਫਲਾਨਾ ਨਹੀਂ ਪਵਿੱਤਰ? ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਚੱਪਾ ਜਿਹੜਾ ਇੱਥੋਂ ਦਾ ਪਵਿੱਤਰ ਹੈ। ਇਸ ਧਰਤੀ ਤੇ 10 ਗੁਰੂ ਸਾਹਿਬਾਨ ਫਿਰੇ ਨੇ, ਫਿਰ ਹੋਰ ਸਾਡੇ ਬੜੇ ਚੰਗੇ ਮਹਾਂਪੁਰਸ਼ ਫਿਰੇ ਤੁਰੇ ਨੇ। ਇਹ ਤਾਂ ਧਰਤੀ ਸਾਰੀ ਪਵਿੱਤਰ ਹੈ। ਮੈਂ ਹੈਰਾਨ ਆ ਵੀ ਇਹ ਧਰਤੀ ਨੂੰ ਵੀ ਵੰਡ ਰਹੇ ਆ ਵੀ ਉਹ ਪਵਿੱਤਰ ਆ, ਪਵਿੱਤਰ ਹੈ। ਫਿਰ ਜਿੱਥੇ ਬਿੱਟੂ ਨਹੀਂ ਲੜਦੇ ਉਹ ਤਾਂ ਪਵਿੱਤਰ ਹੈ ਹੀ ਨਹੀਂ। ਫਿਰ ਇਹ ਕੀ ਕਰਦੇ ਉੱਥੇ? ਇਹ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਬੜੀ ਛੋਟੀ ਸੋਚ ਹੈ ਜੇ ਪਏ ਆ। ਪੰਜਾਬ ਸਾਰਾ ਹੀ ਪਵਿੱਤਰ ਹੈ, ਚੱਪਾ ਪਵਿੱਤਰ ਹੈ, ਸਾਰੀ ਗੁਰੂਆਂ ਦੀ ਧਰਤੀ ਹੈ। ਜਿੱਥੇ ਗੁਰੂ ਆ, ਸਾਡੇ 5 ਦਰਿਆਵਾਂ ਦੀ ਧਰਤੀ, ਇਹ ਪਵਿੱਤਰ ਧਰਤੀ ਹੈ ਸਾਰੀ। ਮਲੂਕਾ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਲਈ। ਤੁਹਾਡਾ ਵੀ ਜੀ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਬੁਲਾਇਆ, ਆਪਣਾ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ। ਕਿੰਨੀਆਂ ਗਲਤਫਹਿਮੀਆਂ ਹੁੰਦੀਆਂ ਜਿਹੜੀਆਂ ਨਿਕਲਦੀਆਂ ਨੇ, ਜੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰੀਏ, ਲੋਕਾਂ 'ਚ ਗੱਲ ਜਾਂਦੀ ਹੈ। ਬੜੀ ਅੱਛੀ ਗੱਲ ਕੀਤੀ ਹੈ, ਮੈਂ ਤੁਹਾਡਾ ਧੰਨਵਾਦੀ ਹਾਂ ਇਸ ਲਈ ਜੀ। ਸੋ ਇਸ ਦਿਨ ਸਿਕੰਦਰ ਸਿੰਘ ਮਲੂਕਾ ਤਮਾਮ ਮਸਲੇ ਤੇ ਬੜੇ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਪਾਰਟੀ ਨੂੰ ਬਲ ਮਿਲਿਆ ਹੈਗਾ, BSP ਦੇ ਨਾਲ ਗੱਠਜੋੜ ਹੋਇਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਤੌਰ ਤੇ ਕਹਿੰਦੇ ਨੇ ਕਿ BSP ਦੇ ਨਾਲ ਜੇ CPI CPM ਵੀ ਸਾਡੇ ਨਾਲ ਮਿਲਦੀ ਹੈ ਤਾਂ 90 ਸੀਟਾਂ ਦੇ ਨਜ਼ਦੀਕ ਸੀਟਾਂ ਹਾਸਲ ਕਰਕੇ ਪੰਜਾਬ ਦੇ ਵਿੱਚ ਫੁੱਲ ਮੈਜੋਰਿਟੀ ਦੇ ਨਾਲ ਸਰਕਾਰ ਬਣਾਵਾਂਗੇ। ਫਿਲਹਾਲ ਇਹ ਜਿਹੜੀ ਗੱਲ ਹੈ
ਹੈਗੀ ਹੈ ਇਹ ਭਵਿੱਖ ਦੇ ਗਰਭ ਦੇ ਵਿੱਚ ਹੈਗੀ ਹੈ ਕਿ 2022 ਦੇ ਵਿੱਚ ਲੋਕਾਂ ਦੀ ਜਿਹੜੀ ਸਿੱਧੇ ਤੌਰ ਤੇ ਵੋਟ ਆ ਉਹ ਕਿਹੜੇ ਪੱਖ ਦੇ ਵਿੱਚ ਪੈਂਦੀ ਹੈ ਤੇ ਕਿਤੇ ਲੋਕ ਇਤਬਾਰ ਕਰਦੇ ਨੇ, ਇਹ ਸਮਾਂ ਦੱਸੇਗਾ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।